ਸੁਖਬੀਰ ਬਾਦਲ ਕਹਿ ਰਿਹਾ ਕਿ ਜੀ ਆਟਾ ਦਾਲ ਨਹੀਂ ਆਟਾ ਆਲੂ ਦਿਆ ਕਰਾਂਗੇ। ਦੱਸੋ ਯਾਰ, ਕਿਆ ਤੁਸੀਂ ਇੱਥੇ ਹੀ ਗਰੀਬ ਦੀ ਸੋਚ ਰੱਖੋਗੇ? ਇਹ ਜਿਹੜੀ ਸਮਾਨਤਾ ਨਹੀਂ ਹੈ ਸਮਾਜ ਦੇ ਵਿੱਚ ਲੈ ਕੇ ਆ ਰਹੇ ਸੀ, ਮੈਂ ਉਹਦੀ ਲੜਾਈ ਲੜ ਰਿਹਾ। ਗਰੁੱਪ ਡੀ ਜਿਹਨੂੰ ਕਲਾਸ 4 ਕਹਿੰਦੇ ਆ, ਉਹ ਵੀ ਰੈਗੂਲਰ ਭਰਤੀ ਹੋਣਗੇ ਤੇ ਅਸੀਂ ਹੁਣ ਭਰਤੀ ਕਰਾਂਗੇ। ਤੁਹਾਨੂੰ ਇਹ ਸਾਰੇ ਦੇ 70 ਦਿਨਾਂ ਵਿੱਚ 70 ਫੈਸਲੇ ਲਏ, ਸਭ ਤੋਂ ਵੱਡੀ ਚੁਣੌਤੀ ਕਿਹੜੀ ਹੈ? ਨਾ ਤੇਰੇ ਪਾਸ ਕੋਈ ਅਹੁਦੇਦਾਰੀ ਪੰਜਾਬ ਦੀ, ਨਾ ਤੂੰ ਕੋਈ ਪੰਜਾਬ ਦਾ ਅਫਸਰ, ਨਾ ਤੂੰ ਪੰਜਾਬ ਦਾ ਬਸਿੰਦਾ। ਹੂ ਆਰ ਯੂ? ਲੀਗਲ ਖੱਡ ਚੱਲ ਰਹੀ ਹੈ। ਇਹਨਾਂ ਨੇ ਜ਼ੋਰ ਲਾ ਕੇ ਸਾਰਿਆਂ ਨੂੰ ਪੁੱਛਿਆ ਕਿ ਜੀ ਕਿੰਨੇ ਰੁਪਏ ਰੇਤਾ ਮਿਲ ਰਿਹਾ, ਉਹ ਕਹਿੰਦੇ 5.5 ਰੁਪਏ ਮਿਲ ਰਿਹਾ। ਇਹਦੇ ਨਾਲ ਸਰਕਾਰ ਨੂੰ ਨੁਕਸਾਨ ਨਹੀਂ ਹੋ ਰਿਹਾ? ਜਿਹੜਾ ਇਨਕਮ ਆਉਂਦੀ ਸੀ ਉਹ ਰੁਕੀ ਨਹੀਂ ਹੈਗੀ, ਘਟੀ ਨਹੀਂ ਹੈ। 2 ਸਾਲ ਪਹਿਲਾਂ ਕੈਬਨਿਟ ਦੇ ਵਿੱਚ ਡਿਸਾਈਡ ਹੋ ਗਿਆ ਸੀ ਕਿ ਰੇਤਾ ਫ੍ਰੀ ਕਰੋ। ਇੱਕ ਮੈਂ ਦੇਖ ਰਿਹਾ ਸੀ ਟੀਵੀ ਤੇ, ਉਹ ਕੈਪਟਨ ਸਾਹਿਬ ਕਹਿ ਰਹੇ ਆ ਕਿ ਉਹਨਾਂ ਨੇ ਅੱਛਾ ਕੰਮ ਕੀਤਾ ਮੇਰੇ ਬਾਰੇ, ਥੈਂਕ ਯੂ। ਕਿਸੇ ਤਰ੍ਹਾਂ ਵੀ ਅਸੀਂ ਹਾਲਾਤ ਖਰਾਬ ਨਹੀਂ ਹੋਣ ਦੇਣੇ ਔਰ ਪੰਜਾਬ ਨੂੰ ਬਿਲਕੁਲ ਸਿਕਿਉਰ ਰੱਖਾਂਗੇ। ਸਰਹੱਦ ਪਰ ਤਨਾਵ ਹੈ ਕਿਆ, ਪਤਾ ਤਾਂ ਕਰੋ ਚਨਾਵ ਹੈ ਕਿਆ। ਇਸ ਸੁਖਬੀਰ ਨੂੰ ਵਿਚਾਰੇ ਨੂੰ ਕਿਆ ਪਤਾ ਹੈ? ਸੋਨੇ ਦਾ ਚਮਚਾ ਲੈ ਕੇ ਜੰਮੇ ਇਹ ਲੋਕ। ਕਿਉਂ ਉਸ ਬੰਦੇ ਦੀ ਗੱਲ ਕਰ ਰਹੇ ਹੋ? ਮੈਨੂੰ ਤਾਂ ਬੜੀ ਤਕਲੀਫ ਹੋਈ ਵੀ ਹੈ। ਉਹਨੇ ਮੈਨੂੰ ਐਸੀ ਗਾਲ ਕੱਢਤੀ ਹੈ ਜਿਹੜੀ। ਇੱਕ ਫਿਲਮ ਆਈ ਸੀ ਨਾਇਕ, ਜਿਸ ਦੇ ਹੀਰੋ ਨੂੰ ਦੇਖ ਕੇ, ਅਨਿਲ ਕਪੂਰ ਨੂੰ ਦੇਖ ਕੇ ਦਿਲ ਵਿੱਚ ਕੁਝ ਉਮੀਦ ਜਾਗੀ ਸੀਗੀ। ਉਹ ਫਿਲਮ ਸਭ ਨੂੰ ਸਿਆਸਤ ਦੇ ਕੁਝ ਨਵੇਂ ਤਜਰਬੇ ਦੇ ਕੇ ਗਈ ਸੀਗੀ। ਅਤੇ ਜਦ ਪੰਜਾਬ ਵਿੱਚ ਮੁੱਖ ਮੰਤਰੀ ਬਦਲਿਆ ਤਾਂ ਸਭ ਨੂੰ ਉਹ ਫਿਲਮ ਜ਼ਰੂਰ ਯਾਦ ਆਈ ਸੀ। ਪਰ ਉਸ ਫਿਲਮ ਵਿੱਚ ਅਤੇ ਅੱਜ ਵਿੱਚ ਪੰਜਾਬ ਵਿੱਚ ਜੋ ਹਕੀਕਤ ਹੈ, ਕੁਝ ਅੰਤਰ ਹੈ। ਉਹਦੇ ਵਿੱਚ ਜੋ ਵਿਲਨ ਸੀ ਅਮਰੀਸ਼ ਪੁਰੀ, ਪਛਾਣਿਆ ਜਾਂਦਾ ਸੀਗਾ। ਪਰ ਪੰਜਾਬ ਨੂੰ ਬਦਲਣ ਵਾਸਤੇ ਇੰਨਾ ਆਸਾਨ ਨਹੀਂ ਹੈ, ਕਿਉਂਕਿ ਜੋ ਸਿਸਟਮ ਦੀ ਲੜਾਈ ਹੈ, ਜੋ ਵਿਲਨ ਸਿਸਟਮ ਵਿੱਚ ਹੈ, ਉਹ ਇੱਕ ਇਨਸਾਨ ਨਹੀਂ ਹੈ, ਬਹੁਤ ਲੋਕ ਜੁੜੇ ਹੋਏ ਨੇ। ਸੋ 70 ਦਿਨਾਂ ਵਿੱਚ 70 ਫੈਸਲੇ ਲੈਣ ਵਾਲੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਬੈਠੇ ਹਾਂ, ਇਹ ਸਮਝਣ ਲਈ ਕਿ ਇਹ ਜੋ ਫੈਸਲੇ ਲਏ ਗਏ ਨੇ ਉਹਨਾਂ ਨੂੰ ਲਿਆਉਣ ਵਿੱਚ, ਇਹ ਤਬਦੀਲੀਆਂ ਲਿਆਉਣ ਵਿੱਚ ਕੀ ਕੀ ਦਿੱਕਤਾਂ ਆਈਆਂ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਅਨਿਲ ਕਪੂਰ ਤੇ ਨਹੀਂ ਕਹਾਂਗੀ, ਬਟ ਕਿੱਥੇ ਜ਼ਰੂਰ ਪੰਜਾਬ ਨੂੰ ਤੁਹਾਡੇ ਉਹ ਚੀਜ਼ਾਂ ਵੇਖ ਕੇ ਖਿਆਲ ਆਇਆ ਸੀ ਕਿ ਸ਼ਾਇਦ ਪੰਜਾਬ ਵਿੱਚ ਉਹੋ ਜਿਹਾ ਭੁਚਾਲ ਆਏਗਾ ਜਿਹੜਾ ਉਸ ਫਿਲਮ ਵਿੱਚ ਆਇਆ ਸੀਗਾ। ਅਸੀਂ ਹਰ ਟਾਈਮ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਅੱਛੀ, ਪਾਰਦਰਸ਼ੀ ਔਰ ਨਵੀਂ ਸੋਚ ਲੈ ਕੇ ਆਈਏ ਅਤੇ ਨਵੀਆਂ ਉਮੀਦਾਂ ਲੋਕਾਂ ਦੇ ਵਿੱਚ ਜਾਗੀਆਂ ਅਤੇ ਨਵਾਂ ਪੰਜਾਬ ਹੈ ਜਿਹੜਾ ਅਸੀਂ ਉਹ ਬਣਾਉਣਾ ਚਾਹੁੰਦੇ ਹਾਂ। ਅਤੇ ਉਹਦੇ ਵਾਸਤੇ ਨਿਰੰਤਰ ਮਿਹਨਤ, ਅਣਥੱਕ ਮਿਹਨਤ ਔਰ ਅੱਛੀ ਸੋਚ ਦੇ ਨਾਲ ਮਿਹਨਤ ਹੈ ਜਿਹੜੀ ਉਹ ਅਸੀਂ ਕਰ ਰਹੇ। ਚਰਨਜੀਤ ਜੀ, 70 ਦਿਨ 70 ਫੈਸਲੇ, ਕੁਛ ਮੇਰੇ ਜੋ ਨਿੱਜੀ ਤੌਰ 'ਤੇ ਮੈਨੂੰ ਬਹੁਤ ਪਸੰਦ ਆਇਆ ਜਿਹੜਾ ਇੱਕ ਫੈਸਲਾ ਸੀਗਾ, ਮੇਰਾ ਘਰ ਮੇਰੇ ਨਾਮ ਹੈ ਮੇਰਾ ਬਸੇਰਾ। ਬਿਕੋਜ਼ ਉਹ ਅਸੀਂ ਜਾਣਾ ਤਾਂ ਸਾਰਿਆਂ ਨੇ ਮਿੱਟੀ ਵਿੱਚ ਵਾਪਸ ਹੋਣਾ ਹੁੰਦਾ ਹੈ, ਬਟ ਜਦ ਤੱਕ ਇਸ ਦੁਨੀਆ ਵਿੱਚ ਹੈਗੇ ਹਾਂ, ਜੇ ਉਹ ਸੰਤੁਸ਼ਟੀ ਮਿਲ ਜਾਏ ਕਿ ਮੇਰੇ ਕੋਲ ਇੱਕ ਮੇਰੇ ਸਿਰ 'ਤੇ ਛੱਤ ਹੈ, ਉਹ ਫੈਸਲਾ ਮੈਨੂੰ ਨਿੱਜੀ ਤੌਰ ਬਹੁਤ ਪਸੰਦ ਆਇਆ। ਤੁਹਾਨੂੰ ਇਹ ਖਿਆਲ ਕਿੱਦਾਂ ਆਇਆ ਕਿ ਇਹ ਜ਼ਰੂਰ ਹੋਣਾ ਚਾਹੀਦਾ ਹੈਗਾ? ਇੱਦਾਂ ਕਿ ਮੈਂ ਜਿਹੜੇ ਫੈਸਲੇ ਲੈਂਦਾ ਉਹ ਜੋ ਸਾਡੀ ਸਰਕਾਰ ਫੈਸਲੇ ਲੈਂਦੀ ਹੈ, ਉਹ ਫੈਸਲੇ ਉਹ ਹੈ ਜਿਹੜੇ ਅਸੀਂ ਆਪਣੇ ਪਿੰਡੇ 'ਤੇ ਮੁਸੀਬਤਾਂ ਹੰਢਾਈਆਂ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਉਹ ਮਸਲਿਆਂ ਦਾ ਹੱਲ ਕਰਦੇ ਹਾਂ ਜਿਹੜੇ ਇੱਕ ਆਮ ਆਦਮੀ ਅਤੇ ਗਰੀਬ ਆਦਮੀ ਭੁਗਤ ਰਿਹਾ, ਜਿਹੜਾ ਇੱਕ ਮਿਡਲ ਕਲਾਸ ਦੇ ਲੋਕ ਭੁਗਤ ਰਹੇ, ਜਿਹੜਾ ਇੱਕ ਗਰੀਬ ਕਿਸਾਨ ਭੁਗਤ ਰਿਹਾ। ਇਹਨਾਂ ਦੇ ਵਿੱਚ ਇਹ ਹੈ ਕਿ ਜਿਹੜੇ ਲਾਲ ਲਾਈਨ ਦੇ ਡੋਰੇ ਦੇ ਅੰਦਰ ਪਿੰਡ ਹੈ, ਮਤਲਬ ਟੋਟਲੀ ਪਿੰਡ ਲਗਾ ਲਓ, ਉਹਦੇ 'ਚ ਥੋੜ੍ਹੇ ਬਹੁਤੇ ਘਰ ਬਾਹਰ ਹੁੰਦੇ, ਬਾਕੀ ਲਾਲ ਲਾਈਨ ਦੇ ਅੰਦਰ ਹੁੰਦੇ 13,000 ਪਿੰਡ ਜਿੰਨੇ ਵੀ ਹੈ। ਉਹਨਾਂ ਦੀ ਜਿਹੜੀ ਸਮੱਸਿਆ ਇੱਕ ਇਹ ਵੀ ਹੈ ਕਿ ਉਹਨਾਂ ਦੇ ਘਰ ਉਹਨਾਂ ਦੇ ਨਾਮ ਨਹੀਂ ਹੈ, ਸਿਰਫ ਉਹਨਾਂ ਪਾਸ ਕਬਜ਼ਾ ਹੈ। ਉਹ ਆਪਣਾ ਮਕਾਨ ਬਣਾਉਂਦੇ ਆ, ਸਾਰਾ ਕੁਛ ਕਰਦੇ ਆ, ਲੇਕਿਨ ਰਜਿਸਟਰੀ ਉਹਨਾਂ ਦੇ ਕੋਲ ਨਹੀਂ ਹੈ। ਜੇ ਕਿਸੇ ਪੇਂਡੂ ਮੁੰਡੇ ਨੇ, ਉਹਦੇ ਪਾਸ ਲੈਂਡਲੈਸ ਹੈ, ਉਹਦੇ ਪਾਸ ਹੋਰ ਜਾਇਦਾਦ ਨਹੀਂ ਹੈ, ਕੋਈ ਲੋਨ ਲੈਣਾ ਤਾਂ ਉਹਦੇ ਪਾਸ ਆਪਣੇ ਨਾਮ ਕੋਈ ਜਾਇਦਾਦ ਹੀ ਨਹੀਂ ਹੈ, ਉਹ ਆਪਣੇ ਘਰ ਦੀ ਵੀ ਰਜਿਸਟਰੀ ਬੈਂਕ 'ਚ ਨਹੀਂ ਰੱਖ ਸਕਦਾ। ਇਹ ਸਮੱਸਿਆ ਸ਼ੁਰੂ ਤੋਂ ਮੈਂ ਦੇਖਦਾ ਆਇਆ। ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪਿੰਡਾਂ ਦੇ ਜਿਹੜੇ ਘਰ ਹੈ, ਉਹ ਜਿਹੜਾ ਮਾਲਕ ਹੈ ਉਹਦਾ ਡਰੋਨ ਦੇ ਰਾਹੀਂ ਸਰਵੇ ਕਰਾ ਕੇ ਫੋਟੋਆਂ ਉਤਾਰ ਕੇ ਉਹ ਜਿਹਦਾ ਹੈ ਉਹਦੇ ਨਾਮ ਕਰ ਦਈਏ, ਤਾਂ ਕਿ ਉਹ ਘੱਟੋ ਘੱਟ ਆਪਣੇ ਘਰ ਦਾ ਮਾਲਕ ਬਣੇ। ਇੱਕ ਹੋਰ ਫੈਸਲਾ ਮੈਨੂੰ ਬੜਾ ਚੰਗਾ ਲੱਗਿਆ, ਕਿਉਂਕਿ ਜਨਰਲੀ ਫੈਸਲੇ ਤਾਂ ਚਲੋ ਸਾਰੇ ਅੱਛੇ ਨੇ। ਬਿਜਲੀ ਦਾ ਪੈਸਾ ਜਿਹੜਾ ਕਿ ਵੀ ਸਸਤੀ ਹੋ ਜਾਏ, ਜਿਹੜਾ ਆਮ ਇਨਸਾਨ ਹੈ ਉਹ ਜੇਬ 'ਤੇ ਖਰਚਾ ਨਾ ਪਏ, ਪਰ ਜਿਹੜਾ ਤੁਸੀਂ ਉਹਦੇ ਵਿੱਚ ਸੂਰਜ ਦੀ ਸ਼ਕਤੀ ਨੂੰ ਲੈ ਕੇ ਬਿਜਲੀ, ਉਹ ਬਹੁਤ ਦੂਰਅੰਦੇਸ਼ੀ ਸੋਚ ਹੈ ਜੋ ਅਸੀਂ ਘੱਟ ਹੀ ਦੇਖੀ ਦੀ ਹੈ। ਬਿਕੋਜ਼ ਅੱਜ ਪੂਰੀ ਦੁਨੀਆ ਸੋਚ ਰਹੀ ਹੈ, ਇੰਨੀਆਂ ਵੱਡੀਆਂ ਕਾਨਫਰੰਸਿਸ ਹੋ ਰਹੀਆਂ ਟੂ ਸੀ ਕਿ ਅਸੀਂ
ਦੁਨੀਆ ਨੂੰ ਕਿੱਦਾਂ, ਧਰਤੀ ਨੂੰ ਕਿੱਦਾਂ ਬਚਾਈਏ। ਸੋ ਇਹ ਸਰਕਾਰਾਂ ਦੇ ਹੱਥ ਵਿੱਚ ਹੈ ਕਿ ਉਹ ਬਿਜਲੀ ਸਸਤੀ ਤਾਂ ਲੈਣ, ਬਟ ਉਹ ਸੂਰਜ ਦੀ એનર્ਜੀ ਨੂੰ ਯੂਜ਼ ਕਰਨ। ਸੋ ਉਹ ਅਗੇਨ ਤੁਹਾਡੇ ਦਿਮਾਗ ਕਿੱਦਾਂ ਆਇਆ? ਇਹ ਐਕਚੁਅਲੀ ਜ਼ਮਾਨਾ ਬਦਲ ਰਿਹਾ ਹੈ, ਯੁੱਗ ਬਦਲ ਰਿਹਾ, ਤਾਂ ਉਹਦੇ ਨਾਲ ਤਰੀਕੇਕਾਰ ਵੀ ਬਦਲ ਰਹੇ। ਅੱਜ ਜਿਹੜੀ ਸੋਲਰ એનર્ਜੀ ਹੈ ਇਹਦਾ ਜ਼ਮਾਨਾ ਆ ਗਿਆ, ਸੂਰਜ ਤੋਂ ਰੋਸ਼ਨੀ ਲੈਣੀ ਹੈ ਬਿਜਲੀ, ਤਾਂ ਉਹਦੇ ਵਿੱਚ ਅਸੀਂ ਅੱਗੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੇ 'ਚ ਅਸੀਂ ਜ਼ਿਆਦਾ ਕਰੀਏ, ਜਿਹੜਾ ਕੋਲੇ ਤੋਂ ਲੈ ਕੇ ਮਹਿੰਗੀ ਪੈਂਦੀ ਹੈ ਉਹਨੂੰ ਘਟਾਈਏ। ਅਤੇ ਇਸ ਕਰਕੇ ਪਿਛਲੀ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਸੀ, ਬਾਦਲਾਂ ਨੇ ਵੀ ਕੋਸ਼ਿਸ਼ ਕੀਤੀ ਸੀ, ਲੇਕਿਨ ਤੁਹਾਨੂੰ ਪਤਾ ਹੈ ਕਿ ਬਾਦਲ ਸਰਕਾਰ ਦੇ ਵਿੱਚ ਉਹ ਰੇਟ ਇਸ ਤਰੀਕੇ ਨਾਲ ਕਰਦੇ ਸੀ ਕਿ ਉਹਨਾਂ ਦਾ ਆਪਣਾ ਸਮਾਨ ਵਿੱਚ ਹੁੰਦਾ ਸੀ। ਉਹਨਾਂ ਨੇ 17 ਰੁਪਏ 91 ਪੈਸੇ ਬਿਜਲੀ ਦੀ ਪਰ ਯੂਨਿਟ ਖਰੀਦੀ, ਅਸੀਂ ਉਸੇ ਨੂੰ ਹੁਣ 2 ਰੁਪਏ 38 ਪੈਸੇ ਯੂਨਿਟ ਖਰੀਦੀ। ਆਈ ਨੋ, ਬੜਾ ਅਜੀਬ ਗੱਲ ਸੀ ਕਿ 17 ਰੁਪਏ ਦੀ ਸੂਰਜ ਦੀ ਬਿਜਲੀ ਕਿੱਦਾਂ ਹੋ ਸਕਦੀ ਹੈਗੀ ਹੈ। ਇਹ ਐਕਚੁਅਲੀ ਗੱਲ ਇਹ ਹੈ ਕਿ ਵਿੱਚ ਹਿੱਸੇ ਪੈਂਦੇ ਸੀ, ਵਿੱਚ ਆਪਣਾ ਰੱਖਿਆ ਜਾਂਦਾ ਸੀ, ਠੇਕੇਦਾਰ ਨੂੰ ਖੁੱਲ੍ਹ ਦਿੱਤੀ ਜਾਂਦੀ ਸੀ, ਅਫਸਰਾਂ ਨੂੰ ਵੀ ਖੁੱਲ੍ਹ ਸੀ, ਉਹ ਹੁਣ ਖੁੱਲ੍ਹਾਂ ਖਤਮ ਹੋ ਗਈਆਂ। ਸੋ ਇਹ ਸਰਕਾਰੀ ਮਾਫੀਆ ਜਿਹੜਾ ਤੁਸੀਂ ਕੰਟਰੋਲ ਕਰ ਪਾ ਰਹੇ ਹੋ? ਨਹੀਂ, ਅਸੀਂ ਕਰ ਰਹੇ ਹਾਂ। ਇਹ ਦੇਖੋ, ਅਸੀਂ ਸਰਕਾਰੀ 2 ਰੁਪਏ ਮਾਫੀਆ 38 ਪੈਸੇ ਕਰੀਏ, ਹੁਣ ਇਸ ਤੋਂ ਅੱਗੇ ਵੀ ਹੋਰ ਘੱਟ ਆਉਣਗੇ ਅਤੇ ਅਸੀਂ ਇਹਨੂੰ ਹੋਰ ਘਟਾਵਾਂਗੇ। ਬਿਜਲੀ ਦੇ ਜਿਹੜੇ ਪੁਰਾਣੇ ਸਮਝੌਤੇ ਸੀ ਅਸੀਂ ਉਹ ਰੱਦ ਕਰ ਦਿੱਤੇ ਹੈ, ਅਤੇ ਇਸੇ ਕਰਕੇ ਅਸੀਂ ਬਿਜਲੀ ਸਸਤੀ ਕੀਤੀ। ਸੋ ਮਤਲਬ ਇੱਕ ਯੂਨਿਟ ਵਿੱਚ 15 ਰੁਪਏ ਦੀ ਚੋਰੀ ਸੀ। 15 ਰੁਪਏ ਦੀ ਚੋਰੀ, ਉਹਨੂੰ ਤੁਸੀਂ ਚੋਰੀ ਕਹੋ ਕਿ ਕਿਆ ਕਹੋ, ਹੇਰਾ ਫੇਰੀ ਕਹੋ, ਲੇਕਿਨ ਇਹ ਹੈ ਕਿ 1700 ਕਰੋੜ ਰੁਪਈਆ ਸਾਲ ਦਾ ਇਹਨਾਂ ਲੋਕਾਂ ਦੇ ਘਰਾਂ ਜਾ ਰਿਹਾ ਸੀ, ਜਿਹੜਾ ਕਿ ਅਸੀਂ ਬੰਦ ਕੀਤਾ। ਇਹੋ ਆਪ ਦੇ ਜਿਹੜੇ ਮੁੱਖ ਮੰਤਰੀ ਨੇ ਦਿੱਲੀ ਦੇ, ਉਹ ਕਹਿੰਦੇ ਨੇ ਪੰਜਾਬ ਵਿੱਚ ਮਾਫੀਆ ਹੈਗਾ, ਜਿਹੜਾ ਰੇਤਾ ਮਾਫੀਆ, ਜਿਹੜਾ ਇਹੋ ਜਿਹਾ ਮਾਫੀਆ। ਸੋ ਉਹਨਾਂ ਦਾ ਜਿਹੜਾ ਅਨੁਮਾਨ ਹੈ ਕਿ 50,000 ਕਰੋੜ ਦਾ ਮਾਫੀਆ ਹੈਗਾ। ਸੋ ਇਹ ਠੀਕ ਅਨੁਮਾਨ ਹੈ ਉਹਨਾਂ ਦਾ? ਪਤਾ ਕਿਆ ਜੀ, ਉਹ ਸਟੰਟਮੈਨ ਹੈ, ਮਤਲਬ ਬਿਨਾਂ ਮਤਲਬ ਦੇ ਸਟੰਟ ਕਰਦਾ ਹੈ ਅਤੇ ਔਰ ਗਲਤ ਬੋਲਦਾ ਹੈ। ਮੈਂ ਗੱਲ ਕੀਤੀ ਸੀ ਕਿ ਇਹ ਕਾਲੇ ਅੰਗਰੇਜ਼ ਆ ਗਏ ਹੈ, ਪਹਿਲਾਂ ਚਿੱਟੇ ਅੰਗਰੇਜ਼ ਸੀ, ਹੁਣ ਮਤਲਬ ਇਹ ਇੰਡੀਅਨ ਅੰਗਰੇਜ਼ ਹੈ, ਇਹਦਾ ਮਤਲਬ ਇਹ ਹੈ। ਲੇਕਿਨ ਉਸਨੇ ਅੱਗੇ ਉਸ 'ਤੇ ਜਿਹੜੀ ਗੱਲ ਬੋਲੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ, ਔਰ ਉਸ ਦਾ ਉਹਨੂੰ ਖਮਿਆਜਾ ਭੁਗਤਣਾ ਪਏਗਾ ਇੱਕ ਦਿਨ। ਕਿ ਉਸਨੇ ਗਾਲ ਕੱਢੀ ਹੈ, ਉਹ ਕਹਿੰਦਾ ਕਿ ਚੰਨੀ ਨੇ ਮੈਨੂੰ ਰਿਸ਼ਤਾ ਕਰਨਾ ਹੈ। ਦੇਖੋ, ਇਹ ਧੀਆਂ ਭੈਣਾਂ 'ਤੇ ਗੱਲ ਚੱਲੇਗੀ ਹੈ, ਇਹ ਟੋਲਰੇਬਲ ਨਹੀਂ ਹੈ। ਰਾਜਨੀਤੀ ਦੇ ਵਿੱਚ ਰਾਜਨੀਤੀ ਕਰੋ, ਬਿਆਨ ਦਿਓ, ਬੋਲੋ, ਲੇਕਿਨ ਇਸ ਤਰੀਕੇ ਦੀ ਗੱਲ ਕਿ ਰਿਸ਼ਤਾ ਕਰਨਾ ਹੈ ਮੈਨੂੰ, ਕਿਉਂ ਜੀ? ਪੰਜਾਬ ਦੀਆਂ ਧੀਆਂ ਭੈਣਾਂ, ਕੋਈ ਉਹਨੂੰ ਸ਼ਰਮ ਨਹੀਂ ਉਹਨਾਂ ਬਾਰੇ ਗੱਲ ਕਰਨੇ ਦੀ? ਪਰਸਨਲ ਅਟੈਕਸ ਹੋ ਗਏ ਨੇ ਬਹੁਤ ਜ਼ਿਆਦਾ। ਨਹੀਂ, ਇਹ ਪਰਸਨਲ ਅਟੈਕ ਵੀ ਕਰ ਲਵੇ, ਲੇਕਿਨ ਧੀਆਂ ਭੈਣਾਂ ਬਾਰੇ ਗੱਲ ਕਰਨੀ ਕਿ ਮੈਨੂੰ ਰਿਸ਼ਤਾ ਕਰਨਾ ਹੈ, ਇਹ ਤਾਂ ਪੰਜਾਬ ਟੋਲਰੇਟ ਨਹੀਂ ਕਰੇਗਾ ਨਾ। ਤੁਸੀਂ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਪੰਜਾਬ 'ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਕਰੋ ਕੋਸ਼ਿਸ਼ਾਂ ਆਪਣੀਆਂ, ਲੇਕਿਨ ਇਸ ਦੇ ਲੈਵਲ 'ਤੇ ਚਲੇ ਜਾਣਾ, ਕੋਈ ਰਾਜਨੀਤੀ ਦੇ ਵੀ ਇੱਕ ਬੋਲਣ ਦੇ ਵੀ ਮਿਆਰ ਹੁੰਦੇ ਹੈ, ਤਾਂ ਤੁਸੀਂ ਇੰਨੇ ਮਿਆਰ 'ਤੇ ਗਿਰ ਗਏ ਹੋ ਕਿ ਧੀਆਂ ਭੈਣਾਂ 'ਤੇ ਆ ਗਏ ਹੋ ਕਿ ਜੀ ਤੁਸੀਂ ਮੈਨੂੰ ਰਿਸ਼ਤਾ ਕਰਨਾ। ਇਹ ਕਹਿਣ ਦਾ ਕੀ ਮਤਲਬ ਹੈ? ਇਹ ਮਤਲਬ ਉਹਦੀ ਗੱਲ ਹੀ ਨਾ ਕਰੋ ਤੁਸੀਂ ਮੇਰੇ ਨਾਲ ਬੰਦੇ ਦੀ। ਫੈਸਲਿਆਂ 'ਤੇ ਵਾਪਸ ਆਉਂਦੇ ਹਾਂ, ਤੁਸੀਂ ਇੰਡਸਟਰੀ ਨੂੰ ਬੜਾ ਕੁਛ ਦਿੱਤਾ ਹੈ, ਵੈਟ ਦੀ, ਵਨ ਟਾਈਮ ਸੈਟਲਮੈਂਟ ਦੀ। ਇਹ ਜੋ ਫੈਸਲੇ ਨੇ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਇੰਡਸਟਰੀ ਨੂੰ ਆਉਣ ਵਾਲੇ ਸਮੇਂ ਵਿੱਚ ਕੁਛ ਬੂਸਟ ਮਿਲੇਗਾ ਕਿ ਇੰਡਸਟਰੀ ਪੰਜਾਬ ਵਿੱਚ ਜੋ ਸਭ ਤੋਂ ਜ਼ਿਆਦਾ ਲੈਕਿੰਗ ਹੈਗੀ ਹੈ ਉਹ ਵਾਪਸ ਆ ਪਾਏਗੀ? ਗੱਲ ਇਹ ਹੈ ਕਿ ਅਸੀਂ ਖੇਤੀ ਦੇ ਵਿੱਚ ਜਿੰਨਾ ਜ਼ੋਰ ਲਗਾਉਣਾ ਸੀ ਲਗਾ ਚੁੱਕੇ ਹਾਂ। ਪੈਸਟੀਸਾਈਡ, ਯੂਰੀਆ ਪਾ ਕੇ ਅਸੀਂ ਆਪਣੇ ਖੇਤ ਖਰਾਬ ਕਰ ਲਿਆ, ਅਤੇ ਸਾਡੀ ਜਿਹੜੀ ਫਸਲ ਹੈ ਉਹ ਵੀ ਹੁਣ ਕਈ ਦੇਸ਼ਾਂ ਦੇ ਵਿੱਚ ਚਾਵਲ ਸਾਡਾ ਲਿਆ ਨਹੀਂ ਜਾ ਰਿਹਾ, ਸਾਡੀਆਂ ਫਸਲਾਂ ਖਰਾਬ ਹੋ ਰਹੀਆਂ। ਇਸ ਕਰਕੇ ਹੁਣ ਜ਼ਰੂਰਤ ਆ ਗਈ ਹੈ ਕਿ ਇੰਡਸਟਰੀ ਵੱਲ ਜਾਈਏ ਅਤੇ ਆਰਗੈਨਿਕ ਫਾਰਮਿੰਗ ਵੱਲ ਜਾਈਏ। ਉਹਦੇ ਵਾਸਤੇ ਅਸੀਂ ਇੰਡਸਟਰੀ ਨੂੰ ਇਨਸੈਂਟਿਵ ਦੇ ਰਹੇ ਹਾਂ, ਉਹਨਾਂ ਦੇ ਫਿਕਸ ਚਾਰਜਿਸ ਕੰਮ ਕੀਤੇ ਹੈ, ਵਪਾਰੀਆਂ ਦੇ ਅਸੀਂ ਬਹੁਤ ਸਾਰੇ 40,000 ਕੇਸ ਖਤਮ ਕਰਤੇ ਹੈ। ਸੋ ਇੰਡਸਟਰੀ ਨੂੰ ਪੰਜਾਬ ਦੇ ਵਿੱਚ ਵਧਾਉਣਾ ਪਏਗਾ, ਇੱਕ ਨਵੀਂ ਸੋਚ ਲਿਆਉਣੀ ਪਏਗੀ। ਇਕੱਲਾ ਖੇਤੀ ਆਧਾਰਿਤ ਸੂਬਾ ਹੈ ਜਿਹੜਾ, ਉਹ ਖੇਤੀ 'ਤੇ ਹੀ ਆਧਾਰਿਤ ਨਹੀਂ ਰਹੇਗਾ। ਸਾਨੂੰ ਨਵੀਂ ਟੈਕਨੋਲੋਜੀ ਲਿਆਉਣੀ ਪਏਗੀ, ਸਾਨੂੰ ਨਵੇਂ ਮਾਡਰਨ ਯੁੱਗ ਦੇ ਵਿੱਚ ਜਾਣਾ ਪਏਗਾ। ਉਹਦੇ ਵਾਸਤੇ ਅਸੀਂ ਤਿਆਰੀ ਕਰ ਰਹੇ। ਇਸੇ ਕਰਕੇ ਅਸੀਂ ਨਵੀਂ ਇੰਡਸਟਰੀ ਨੂੰ ਬੁਲਾ ਰਹੇ ਹਾਂ, ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹਨੂੰ ਇਨਸੈਂਟਿਵ ਦੇ ਕੇ ਖੜੀ ਕਰ ਰਹੇ ਹਾਂ। ਤੁਹਾਡੇ 'ਤੇ ਇੱਕ ਇਲਜ਼ਾਮ ਲਾਇਆ ਜਾਂਦਾ ਹੈ ਕਿ ਵੀ ਤੁਸੀਂ ਸਿਰਫ ਲੋਲੀਪੌਪ ਵੰਡ ਰਹੇ ਹੋ ਜਾਂ ਮੁਫਤੀਆਂ ਦੇ ਜਾ ਰਹੇ ਹੋ। ਕੀ ਇਹਦੇ ਪਿੱਛੇ ਯੋਜਨਾ ਹੈ ਕਿ ਜੋ ਤੁਸੀਂ ਦੇ ਰਹੇ ਹੋ ਕਿ ਇਹਦਾ ਤੁਸੀਂ ਖਰਚਾ ਚੁੱਕ ਪਾਓਗੇ? ਕਿ
ਅਸੀਂ ਜੋ ਵੀ ਕੀਤਾ ਹੈ ਬਹੁਤ ਹੀ ਬਿਉਂਤਬੰਦ ਤਰੀਕੇ ਦੇ ਨਾਲ ਕੀਤਾ ਹੈ। ਬਿਜਲੀ ਦੇ ਜੇ ਰੇਟ ਘਟਾਏ ਆ ਤਾਂ ਬਿਜਲੀ ਦੇ ਸਮਝੌਤੇ ਰੱਦ ਕਰਕੇ ਘਟਾਏ ਆ, ਜਿਹਦੇ ਨਾਲ ਸਾਨੂੰ ਫਾਇਦਾ ਹੋ ਰਿਹਾ। ਅਸੀਂ ਸੋਲਰ એનર્ਜੀ ਸਸਤੀ ਖਰੀਦਣੀ ਸ਼ੁਰੂ ਕਰੀ ਹੈ ਬਿਜਲੀ, ਤਾਂ ਅਸੀਂ ਰੇਟ ਘਟਾਏ ਹੈ। ਪੈਟਰੋਲ ਸਸਤਾ ਕੀਤਾ 10 ਰੁਪਏ, ਲੇਕਿਨ ਉਸ ਤੋਂ ਜ਼ਿਆਦਾ ਅਸੀਂ ਪੈਟਰੋਲ ਦੇ ਵਿੱਚ ਟੈਕਸ ਲੈ ਰਹੇ। ਅਸੀਂ ਆਪਣਾ ਟੈਕਸ ਲੈਣਾ ਘਟਾਇਆ, ਨਾ ਕਿ ਅਸੀਂ ਆਪਣੇ ਕੋਲ ਤੋਂ ਦੇਣਾ ਸ਼ੁਰੂ ਕੀਤਾ। ਡੀਜ਼ਲ ਅਸੀਂ 5 ਰੁਪਏ ਸਸਤਾ ਕੀਤਾ, ਅਸੀਂ ਆਪਣੇ ਕੋਲ ਤੋਂ ਉਹਦੇ 'ਚ ਕੁਝ ਨਹੀਂ ਪਾ ਰਹੇ। ਜਿਹੜਾ ਗਾਹਕ ਤੋਂ ਲੈ ਰਹੇ ਸੀ ਉਹਦੇ ਵਿੱਚੋਂ ਉਹਦਾ ਹਿੱਸਾ ਵਾਪਸ ਕਰਿਆ। ਅਸੀਂ ਲੋਕਾਂ ਦਾ ਪੈਸਾ ਲੋਕਾਂ ਨੂੰ ਦੇ ਰਹੇ। ਇਸ ਤਰ੍ਹਾਂ ਇਹਨਾਂ ਲੋਕਾਂ ਵਾਂਗੂ 1700 ਕਰੋੜ ਰੁਪਈਆ ਇਹਨਾਂ ਦੇ ਘਰਾਂ ਨਹੀਂ ਜਾ ਰਿਹਾ। ਅਸੀਂ ਬੱਸਾਂ ਇਹਨਾਂ ਦੀਆਂ ਰੋਕ ਰਹੇ, ਇਹਨਾਂ ਦੀਆਂ ਬੱਸਾਂ ਦੇ ਟੈਕਸ ਵਧਾਇਆ, ਕਿਉਂਕਿ ਇਹਨਾਂ ਨੇ ਕਿਆ ਕੀਤਾ ਸੀ, ਜਿੱਥੇ ਆਮ ਪੈਸੇਂਜਰ ਚੜ੍ਹਦੇ ਗਰੀਬ ਲੋਕਾਂ ਦੀਆਂ ਬੱਸਾਂ ਜਿਹੜੀਆਂ, ਉਹ ਤਾਂ ਇਹਨਾਂ ਨੇ ਉਹਦੇ ਦਾ ਰੇਟ ਹਾਈ ਕੀਤੇ ਹੋਏ, ਅਤੇ ਜਿਹੜੀਆਂ ਲਗਜ਼ਰੀਅਸ ਬੱਸਾਂ ਉਹਨਾਂ ਦੇ ਬਹੁਤ ਘੱਟ ਕੀਤੇ ਹੋਏ ਸੀ। ਅਸੀਂ ਉਲਟ ਕੀਤਾ ਹੈ ਹੁਣ ਕਿ ਜਿਹੜਾ ਅਮੀਰ ਆਦਮੀ ਨੇ ਬੜੀ ਬੱਸ ਦੇ ਵਿੱਚ ਬੈਠਣਾ ਹੈ ਤਾਂ ਉਹ ਜ਼ਿਆਦਾ ਟੈਕਸ ਦੇਵੇ, ਗਰੀਬ ਜ਼ਿਆਦਾ ਕਿਉਂ, ਆਮ ਲੋਕ ਕਿਉਂ ਜ਼ਿਆਦਾ ਟੈਕਸ ਦੇਣ। ਉਹ ਅਸੀਂ ਫਰਕ ਦੂਸਰੇ ਪਾਸੇ ਨੂੰ ਸਿੱਧਾ ਕੀਤਾ ਹੈ। ਅਤੇ ਇਹਨਾਂ ਦੀਆਂ ਜਿਹੜੀਆਂ ਬੱਸਾਂ ਇੱਕ ਹੀ ਪਰਿਵਾਰ ਦੀਆਂ ਚੱਲਦੀਆਂ, ਅਸੀਂ ਉਹ ਫੜ ਕੇ ਅੰਦਰ ਦੇ ਰਹੇ ਹਾਂ। ਜਿਹੜੀਆਂ ਗਲਤ ਚੱਲ ਰਹੀਆਂ, ਜਿਹੜੇ ਟੈਕਸ ਨਹੀਂ ਭਰ ਰਹੇ, 14 ਕਰੋੜ ਰੁਪਈਆ ਇਹਨਾਂ ਨੇ ਹੁਣ ਸਾਡਾ ਭਰਿਆ, ਜਿਹੜਾ ਕਿ ਰੋਕੀ ਬੈਠੇ ਸੀ। ਇਹ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣੀਆਂ। ਜਿਹੜੇ ਲੋਕ ਪੰਜਾਬ ਨੂੰ ਲੁੱਟ ਰਹੇ ਉਹ ਸਾਹਮਣੇ ਆਉਣਗੇ, ਅਤੇ ਜੇ ਉਹ ਸਾਫ਼ ਸੁਥਰਾ ਕੰਮ ਕਰ ਰਹੇ ਉਹਨਾਂ ਨੂੰ ਮੌਕਾ ਮਿਲੇਗਾ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਬੈਲੈਂਸ ਕਰ ਰਹੇ ਹੋ, ਬਟ ਇੱਕ ਫਰੇਜ਼ ਪਹਿਲਾਂ ਕਿਹਾ ਜਾਂਦਾ ਸੀ ਖਜ਼ਾਨਾ ਖਾਲੀ ਹੈ, ਖਜ਼ਾਨਾ ਕੁਝ ਚੀਜ਼ ਮੰਗਿਆ ਤੇ ਖਜ਼ਾਨਾ ਖਾਲੀ। ਤੁਸੀਂ ਵੀ ਕਿਸਾਨਾਂ ਨੂੰ ਅਜੇ ਕਰਜ਼ਾ ਮਾਫੀ ਨਹੀਂ ਦੇ ਪਾਏ, ਉਹਨਾਂ ਦੀਆਂ 17 ਮੰਗਾਂ ਵਿੱਚੋਂ ਇੱਕ ਮੰਗ ਰਹਿ ਗਈ, ਅਤੇ ਖਜ਼ਾਨਾ ਭਰਿਆ ਕਿੱਦਾਂ ਜਾਵੇਗਾ? ਖਜ਼ਾਨਾ ਭਰਨ ਦਾ ਇੱਕ ਸਿਸਟਮ ਹੈ, ਲੇਕਿਨ ਹਰ ਸਾਲ ਖਜ਼ਾਨਾ ਭਰਦਾ ਹੈ, ਹਰ ਸਾਲ ਖਜ਼ਾਨਾ ਖਾਲੀ ਹੁੰਦਾ ਹੈ। 31 ਮਾਰਚ ਨੂੰ ਸਾਡਾ ਬਜਟ ਆਉਂਦਾ, ਅਸੀਂ ਅਗਲੇ 5 ਸਾਲਾਂ ਦਾ, ਅਗਲੇ ਸਾਲ ਦਾ ਬਜਟ ਤਿਆਰ ਕਰਦੇ ਅਤੇ ਪਿਛਲੇ ਦਾ ਖਤਮ ਹੁੰਦਾ। ਇਹ ਹਰ ਸਾਲ ਦੀ ਪ੍ਰਕਿਰਿਆ ਹੈ। ਇੱਕ ਸਾਲ ਵਾਸਤੇ ਇੱਕ ਲੌਂਗ ਟਰਮ ਯੋਜਨਾ ਹੁੰਦੀ ਹੈ, ਇੱਕ ਸ਼ਾਰਟ ਟਰਮ ਹਰ ਸਾਲ ਦੀਆਂ ਬਣਦੀਆਂ। ਇਸ ਕਰਕੇ ਇਹ ਕਹਿਣਾ ਕਿ ਖਜ਼ਾਨਾ ਖਾਲੀ ਹੈ, ਟੈਕਸ ਤਾਂ ਹਰ ਸਾਲ ਆਉਣਾ ਹੈ ਅਤੇ ਹਰ ਸਾਲ ਉਹਨੂੰ ਲਾਇਆ ਜਾਣਾ ਹੈ। ਤੁਸੀਂ ਕਿੱਥੇ ਲਾਉਂਦੇ ਹੋ? ਤੁਸੀਂ ਆਮ ਲੋਕਾਂ ਨੂੰ ਉਹਦੇ 'ਚੋਂ ਰਾਹਤ ਦਿੰਦੇ ਹੋ ਕਿ ਨਹੀਂ ਦਿੰਦੇ ਹੋ, ਜਾਂ ਤੁਸੀਂ ਬੜੇ ਲੋਕਾਂ ਨੂੰ ਹੀ ਰਾਹਤ ਦੇਈ ਜਾਂਦੇ ਹੋ? ਇਹ ਸਰਕਾਰਾਂ ਨੇ ਡਿਸਾਈਡ ਕਰਨਾ ਹੁੰਦਾ। ਅੱਜ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ, ਇਹ ਆਮ ਲੋਕਾਂ ਦੀ ਦੇਖ ਰੇਖ ਕਰ ਰਹੀ ਹੈ, ਇਹ ਗਰੀਬ ਲੋਕਾਂ ਦੀ ਦੇਖ ਰੇਖ ਕਰ ਰਹੀ ਹੈ, ਇਹ ਮਿਡਲ ਕਲਾਸ ਫੈਮਿਲੀ ਦੀ ਦੇਖ ਰੇਖ ਕਰ ਰਹੀ ਹੈ, ਇਹ ਦੁਕਾਨਦਾਰ ਬਾਰੇ ਸੋਚ ਰਹੀ ਹੈ, ਇਹ ਗਰੀਬ ਕਿਸਾਨ ਬਾਰੇ ਸੋਚ ਰਹੀ ਹੈ। ਇਹਨਾਂ ਦਾ ਸਾਡੀ ਸੋਚ ਉਹ ਬੜੇ ਲੋਕਾਂ ਵਾਸਤੇ ਨਹੀਂ ਹੈ ਜਿਹੜੇ ਆਪਣਾ ਆਪ ਕਰ ਸਕਦੇ ਸਭ ਕੁਝ। ਜਿਹਦਾ ਕੋਈ ਨਹੀਂ ਕਰ ਪਾ ਰਿਹਾ, ਅਸੀਂ ਉਹਦਾ ਕਰਦੇ। ਸੋ ਤੁਸੀਂ ਜਿਹੜੀ ਵੈਲਫੇਅਰ ਸਟੇਟ ਦੀ ਗੱਲ ਕਰਦੇ ਹੋ, ਉਹਦੇ ਲਈ ਤੁਹਾਡੇ ਕੋਲ ਪੂਰਾ ਯੋਜਨਾ ਹੈ? ਨਹੀਂ, ਵੀ ਆਰ ਏ ਵੈਲਫੇਅਰ ਸਟੇਟ, ਤਾਂ ਸਾਨੂੰ ਵੈਲਫੇਅਰ ਦੇ ਕੰਮ ਕਰਨੇ ਪੈਣਗੇ। ਦੁੱਖ ਇੱਥੇ ਹੈ ਕਿ ਅੱਜ ਤੱਕ ਕਿਸੇ ਨੇ ਨਾ ਐਜੂਕੇਸ਼ਨ ਦੇ ਵਿੱਚ, ਨਾ ਹੈਲਥ ਦੇ ਵਿੱਚ, ਅਤੇ ਨਾ ਹੀ ਬਾਕੀ ਸਕੀਮਾਂ ਦੇ ਵਿੱਚ ਵੈਲਫੇਅਰ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ। ਹੁਣ ਦੇਖੋ, ਆਟਾ ਦਾਲ ਦੇ ਨਾਲ ਤੁਸੀਂ ਗਰੀਬ ਨੂੰ ਕਿਆ ਦੇ ਰਹੇ ਹੋ? ਕਿ ਆਟਾ ਦਾਲ ਦੇ ਨਾਲ ਉਹਦੀ ਦੇਸ਼ ਦੀ ਅਤੇ ਉਹਦੀ ਤਰੱਕੀ ਹੋ ਜਾਏਗੀ? ਉਹਨੂੰ ਭੁੱਖਾ ਹੀ ਰੱਖਿਓ, ਮਤਲਬ ਉਹਦੀ ਭੁੱਖ ਮਿਟਾਉਣ ਵਾਸਤੇ ਤੁਸੀਂ ਆਟਾ ਦਾਲ ਦੇ ਰਹੇ ਹੋ। ਅੱਜ ਕਿੰਨਾ ਹਾਸੀ ਹੋਣ ਵਾਲੀ ਗੱਲ ਹੈ ਔਰ ਕਿੰਨੀ ਸ਼ਰਮਨਾਕ ਗੱਲ ਹੈ ਕਿ ਸੁਖਬੀਰ ਬਾਦਲ ਕਹਿ ਰਿਹਾ ਕਿ ਜੀ ਆਟਾ ਦਾਲ ਨਹੀਂ, ਆਟਾ ਆਲੂ ਦਿਆ ਕਰਾਂਗੇ। ਦੱਸੋ ਯਾਰ, ਕਿਆ ਤੁਸੀਂ ਇੱਥੇ ਹੀ ਗਰੀਬ ਦੀ ਸੋਚ ਰੱਖੋਗੇ ਕਿ ਆਟੇ ਅਤੇ ਆਲੂ ਦੇ ਨਾਲ ਸਾਰੋਗੇ ਉਹਨੂੰ? ਮੈਂ ਹੈਰਾਨ ਹਾਂ ਇਹਨਾਂ ਲੋਕਾਂ ਤੋਂ। ਉਹਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਤੈਨੂੰ ਫ੍ਰੀ ਪੜ੍ਹਾਈ ਦੇਵਾਂਗੇ, ਉਹਨੂੰ ਇਹ ਨਹੀਂ ਕਹਿੰਦੇ ਅਸੀਂ ਤੈਨੂੰ ਚੰਗੀ ਐਜੂਕੇਸ਼ਨ ਦੇਵਾਂਗੇ। ਅੱਜ ਤੱਕ 10 ਸਾਲ ਇਹਨਾਂ ਨੇ 15 ਸਾਲ ਤਾਂ ਪਿਛਲੇ ਦਿਨਾਂ 'ਚ ਇਹਨਾਂ ਨੇ ਰਾਜ ਕੀਤਾ ਨਹੀਂ, ਇਹਨਾਂ ਨੇ ਸਹੀ ਚੀਜ਼ਾਂ ਦਿੱਤੀਆਂ। ਤੁਸੀਂ 15 ਸਾਲ ਕਿਹਾ, 10 ਸਾਲ ਤੇ 4.5 ਸਾਲ ਤੁਸੀਂ ਇਹ ਸਰਕਾਰ ਦੇ ਵੀ ਮੰਨ ਰਹੇ ਹੋ? ਨਹੀਂ 10 ਸਾਲ ਹੁਣ ਕੀਤਾ ਹੈ, ਅਤੇ 97 ਤੋਂ ਲੈ ਕੇ 2002 ਤੱਕ ਵੀ ਕੀਤਾ ਨਾ ਬਾਦਲ ਨੇ ਰਾਜ। 97 ਤੋਂ 2002, ਫਿਰ 7 ਤੋਂ 17। ਤੁਸੀਂ ਇਸ ਸਰਕਾਰ ਦੇ 4.5 ਸਾਲ, ਇਹਦੇ ਵਿੱਚ ਵੀ ਜ਼ਿਆਦਾਤਰ ਉਹਨਾਂ ਦਾ ਹੀ ਸੀ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਤੁਸੀਂ ਇੰਪਲੋਇਮੈਂਟ ਕ੍ਰੀਏਟ ਦੀ ਗੱਲ ਕਰਦੇ ਹੋ ਕਿ 20 ਲੱਖ ਨੌਕਰੀਆਂ ਆਉਣ ਵਾਲੀਆਂ ਹੈਗੀਆਂ, ਤੁਸੀਂ ਕਲਾਸ ਡੀ ਨੂੰ ਵੀ ਦਿੱਤੀਆਂ। ਇਹਦੇ ਵਿੱਚ ਕਲਾਸ ਟੀ ਨੂੰ ਤੁਸੀਂ ਦੇਣ ਲੱਗੇ, ਥੋੜ੍ਹੀ ਜਿਹੀਆਂ ਤੁਹਾਨੂੰ ਰੁਕਾਵਟਾਂ ਵੀ ਆਈਆਂ, ਸੋ ਉਹਨਾਂ ਨੂੰ ਕਿੱਦਾਂ ਚੇਂਜ ਕੀਤਾ ਅਤੇ ਬਾਕੀ ਇੰਪਲੋਇਮੈਂਟ ਕਿੱਥੋਂ ਆਉਣ ਵਾਲੀ ਹੈ? ਇੱਦਾਂ ਗੱਲ ਇਹ ਹੈ ਕਿ ਲਗਭਗ 40-50 ਹਜ਼ਾਰ ਪੋਸਟਾਂ ਕਲਾਸ ਡੀ ਦੀਆਂ ਖਾਲੀ ਪਈਆਂ। ਸਾਡੀ ਪਿਛਲੀ ਸਰਕਾਰ ਨੇ ਕਰਤਾ ਕਿ ਜੀ ਇਹ ਆਊਟਸੋਰਸ ਨਾਲ ਭਰੀਆਂ ਜਾਣਗੀਆਂ। ਮੈਂ ਬੜੀ ਲੜਾਈ ਲੜੀ ਇਹਦੇ ਬਾਰੇ, ਲੇਕਿਨ ਮੰਤਰੀ ਦੀ ਤਾਂ ਉਨੀ ਕੁ ਸੁਣੀ ਜਾਂਦੀ ਹੈ, ਮੁੱਖ ਮੰਤਰੀ ਦੀ ਜ਼ਿਆਦਾ ਸੁਣੀ ਜਾਂਦੀ ਹੈ। ਤਾਂ ਇਹਨਾਂ ਨੇ ਨਹੀਂ ਮੰਨਿਆ, ਉਹਨਾਂ ਨੂੰ ਅਬੋਲਿਸ਼ ਕਰਨ ਦਾ ਕਰ ਲਿਆ ਕਿ ਜੀ ਪੱਕੀਆਂ ਨਹੀਂ ਭਰੀਆਂ ਜਾਣਗੀਆਂ, ਇਹ ਆਊਟਸੋਰਸ ਰੱਖੋ।
ਹੁਣ ਮੈਂ ਇਹਨਾਂ ਨੂੰ ਇਸ ਲੜਾਈ ਲੜ ਰਿਹਾ ਸੀ ਕਿ ਪੀਅਨ, ਡਰਾਈਵਰ, ਟੈਕਨੀਸ਼ੀਅਨ ਜਿਹੜੇ ਇਸ ਰੇਂਜ ਦੇ ਬੰਦੇ ਹੈ, ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਆਊਟਸੋਰਸ ਕਰਾਂਗੇ, 5-7 ਹਜ਼ਾਰ ਤਨਖਾਹ ਦੇਵਾਂਗੇ। ਇੱਕ IAS ਹੈ, B ਕਲਾਸ ਦਾ ਅਫਸਰ ਹੈ, C ਕਲਾਸ ਦੇ ਕਲਰਕ ਵਗੈਰਾ ਹੈ, ਉਹ ਜਿਹੜੇ ਵੱਡੇ ਘਰਾਂ 'ਚੋਂ ਆ ਸਕਦੇ ਸੌਖਾ, ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਉਹਨਾਂ ਨੂੰ ਪੱਕੇ ਭਰਾਂਗੇ। ਇਹ ਜਿਹੜੀ ਸਮਾਨਤਾ ਨਹੀਂ ਹੈ ਸਮਾਜ ਦੇ ਵਿੱਚ ਇਹ ਲੈ ਕੇ ਆ ਰਹੇ ਸੀ, ਮੈਂ ਉਹਦੀ ਲੜਾਈ ਲੜ ਰਿਹਾ। ਅਤੇ ਹੁਣ ਜਦੋਂ ਮੌਕਾ ਮਿਲਿਆ ਮੈਨੂੰ, ਤਾਂ ਮੈਂ ਉਹ ਸਾਰੇ ਜਿਹੜੇ ਕਾਨੂੰਨ ਪਾਸ ਕੀਤੇ ਸੀ ਰੱਦ ਕਰ ਦਿੱਤੇ ਹੈ। ਅਸੀਂ ਦੁਬਾਰੇ ਤੋਂ ਇਹਨਾਂ ਦੀ ਖੋਲ੍ਹ ਦਿੱਤੀ ਹੈ ਅਤੇ ਹੁਣ ਅੱਗੇ ਨੂੰ ਕਾਨੂੰਨ ਪਾਸ ਕਰਤਾ ਹੈ ਕਿ ਗਰੁੱਪ D ਜਿਹਨੂੰ ਕਲਾਸ 4 ਕਹਿੰਦੇ ਹੈ, ਉਹ ਵੀ ਰੈਗੂਲਰ ਭਰਤੀ ਹੋਣਗੇ ਅਤੇ ਅਸੀਂ ਹੁਣ ਭਰਤੀ ਕਰਾਂਗੇ। ਅੱਜ ਪੰਜਾਬ 'ਚ ਤੁਹਾਡੇ ਘਰ ਦੇ ਨੇੜੇ ਜ਼ਿਆਦਾ ਮੁਜ਼ਾਹਰੇ ਚੱਲ ਰਹੇ ਹੈ, ਟੀਚਰਸ ਹੈਗੀਆਂ, ਔਰ ਟੀਚਰਸ ਦਾ ਜੇ ਅਸੀਂ ਪਿਛਲੀ ਚੋਣਾਂ ਯਾਦ ਰੱਖੀਏ, ਇੱਕ ਛੋਟੀ ਜਿਹੀ ਬੱਚੀ ਸੀ 2 ਸਾਲ ਦੀ ਰੂਥ, ਜਿਹਦਾ ਠੰਡ ਵਿੱਚ ਮਾਂ ਦੇ ਨਾਲ ਪ੍ਰੋਟੈਸਟ ਕਰਨ ਆਈ ਸੀ, ਅਤੇ ਉਹ ਸਾਰੇ ਅਸੀਂ ਬੜੇ ਹਿੱਲੇ ਸੀ ਉਦੋਂ। ਅੱਜ ਉਹ ਸਥਿਤੀ ਫਿਰ ਕਿਉਂ ਬਣੀ ਪਈ ਹੈ? ਸਹੀ ਤਰੀਕੇ ਦੇ ਨਾਲ ਸਰਕਾਰਾਂ ਨੇ ਹੈਂਡਲ ਨਹੀਂ ਕੀਤਾ। ਸਾਡੇ ਪਾਸ ਟਾਈਮ ਹੀ ਇੰਨਾ ਕੁ ਹੈ ਕਿ ਸਾਰਾ ਕੁਛ ਹੈਂਡਲ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ, ਲੇਕਿਨ ਫਿਰ ਵੀ ਅਸੀਂ ਮੁਲਾਜ਼ਮਾਂ ਦੇ ਬਹੁਤ ਮਸਲੇ ਹੱਲ ਕਰ ਦਿੱਤੇ। 11% DA ਇਹਨਾਂ ਨੂੰ ਕੋਈ ਦੇ ਨਹੀਂ ਸੀ ਰਿਹਾ, ਅਸੀਂ ਦਿੱਤਾ ਹੈ। ਇਹਨਾਂ ਦੇ ਪ੍ਰਮੋਸ਼ਨਾਂ ਦੇ ਕਈ ਕੰਮ ਸੀ ਅਸੀਂ ਕੀਤੇ ਹੈ। ਬਹੁਤ ਸਾਰੀਆਂ ਯੂਨੀਅਨਾਂ ਦੇ ਮੈਂ ਮਸਲੇ ਹੱਲ ਕਰ ਦਿੱਤੇ ਹੈ। ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਨਰਸ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ, ਉਹਨਾਂ ਦੇ ਵਿੱਚ ਅਜੇ ਸਾਨੂੰ ਪੂਰੇ ਮਸਲੇ ਹੱਲ ਨਹੀਂ ਹੋਏ, ਲੇਕਿਨ ਬਹੁਤੇ ਜ਼ਿਆਦਾ ਦੇ ਕਰ ਚੁੱਕੇ ਆ। ਅਤੇ ਇਹਨਾਂ ਦੇ ਵੀ ਮੈਂ ਆਉਣ ਵਾਲੇ 20 ਦਿਨਾਂ 'ਚ ਸੋਚਦਾ ਕਿ ਇਹਨਾਂ ਨੂੰ ਵੀ ਇਕੱਲੇ ਬੁਲਾ ਕੇ, ਜਦ ਹਾਲਾਂਕਿ ਮੈਂ ਸੁਣ ਰਿਹਾ, ਤਾਂ ਇਹਨਾਂ ਦੇ ਵੀ ਮਸਲੇ ਹੱਲ ਕਰਾਂ। ਕੁਛ ਮਸਲੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਦਿੱਕਤਾਂ ਆ ਰਹੀਆਂ, ਜਿਵੇਂ ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਬੰਦੇ ਰੱਖੇ ਗਏ ਆ, 60% ਕੇਂਦਰ ਪਾ ਰਿਹਾ, 40% ਅਸੀਂ ਪਾ ਰਹੇ। ਜੇ ਅਸੀਂ ਉਹਨਾਂ ਦੀ ਤਨਖਾਹ ਵਧਾਉਂਦੇ ਹਾਂ ਤਾਂ ਉਹ 60% ਬੰਦ ਜੇ ਉਹਨਾਂ ਨੂੰ ਪੱਕੇ ਕਰਦੇ ਹਾਂ ਤਾਂ ਉਹ 60% ਬੰਦ ਹੋ ਜਾਂਦਾ, ਕਿਉਂਕਿ ਉਹ ਇੱਕ ਸਕੀਮ ਦੇ ਤਹਿਤ ਹੈ। ਉੱਥੇ ਸਾਡਾ ਫਾਈਨੈਂਸ਼ੀਅਲ ਲਾਸ ਹੋ ਰਿਹਾ। ਇੱਕ ਤਾਂ ਅਸੀਂ ਜਿਹੜੀ ਉਹ ਸਕੀਮ ਛੱਡਤੀ, ਦੂਸਰਾ 60% ਕੋਲ 'ਤੇ ਪਾਉਣਾ ਪੈ ਰਿਹਾ। ਉਹ ਇਹੀਆਂ ਸਕੀਮਾਂ 'ਚ ਅਜੇ ਸਾਨੂੰ ਦਿੱਕਤ ਆ ਰਹੀ ਹੈ, ਪਰ ਉਹਦਾ ਵੀ ਅਸੀਂ ਕੋਈ ਹੱਲ ਲੱਭ ਰਹੇ। ਤੁਹਾਨੂੰ ਇਹ ਸਾਰੇ ਜਿਹੜੇ 70 ਦਿਨਾਂ ਵਿੱਚ 70 ਫੈਸਲੇ ਲਏ, ਸਭ ਤੋਂ ਵੱਡੀ ਚੁਣੌਤੀ ਕਿਹੜੀ ਆਈ? ਮੈਨੂੰ ਨਹੀਂ ਕੋਈ ਚੁਣੌਤੀ ਦਿਖਦੀ। ਵਿਲ ਪਾਵਰ ਚਾਹੀਦੀ ਹੈ। ਜਿਹੜਾ ਲੀਡਰ ਹੈ, ਜਿਹੜਾ ਮੁੱਖ ਮੰਤਰੀ ਹੈ, ਜਿਹੜੀ ਕੈਬਨਿਟ ਹੈ, ਉਹਦੀ ਵਿਲ ਪਾਵਰ ਚਾਹੀਦੀ ਹੈ ਕਿ ਉਹ ਕਿਆ ਚਾਹੁੰਦੀ ਹੈ। ਜੇ ਤੁਸੀਂ ਸੱਚੇ ਮਨੋਂ ਮਸਲਾ ਹੱਲ ਕਰਨਾ ਚਾਹੁੰਦੇ ਤਾਂ ਹੁੰਦਾ ਹੈ, ਜੇ ਨਹੀਂ ਚਾਹੁੰਦੇ ਤਾਂ ਨਹੀਂ ਹੁੰਦਾ। ਅਸੀਂ ਇਹ 70 ਫੈਸਲੇ ਲਏ ਆ, 70 ਫੈਸਲੇ ਲਾਗੂ ਵੀ ਕਰ ਦਿੱਤੇ। ਤੁਸੀਂ ਦੇਖਿਆ, ਮੈਂ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇੱਕ ਦੀ ਨੋਟੀਫਿਕੇਸ਼ਨ ਦਿਖਾਈ ਹੈ। ਪਹਿਲਾਂ ਇਹਨਾਂ ਨੇ ਕਿਆ ਕਰਿਆ ਸੀ ਕਿ ਇੱਕ ਹਊਆ ਖੜਾ ਕਰਤਾ ਆਪੋਜੀਸ਼ਨ ਵਾਲਿਆਂ ਨੇ ਕਿ ਜੀ ਇਹ ਤਾਂ ਐਲਾਨ ਹੀ ਕਰਦੇ ਹੈ। ਫਿਰ ਜਦੋਂ ਮੈਂ ਹੁਣ ਪਰਸੋਂ ਦਿਖਾਇਆ ਇੱਕ ਐਲਾਨਜੀਤ ਦਾ ਨਾਮ ਪਾਇਆ ਗਿਆ, ਐਲਾਨਜੀਤ ਪਾਤਾ। ਫਿਰ ਜਦੋਂ ਮੈਂ ਦਿਖਾਇਆ ਕਿ ਹਰ ਮਸਲੇ ਦਾ, ਹਰ ਐਲਾਨ ਦਾ ਹੱਲ ਦਿੱਤਾ ਹੈ ਕਿ ਜੀ ਇੰਨੀ ਤਰੀਕ ਨੂੰ ਨੋਟੀਫਿਕੇਸ਼ਨ ਹੋ ਗਿਆ, ਇਹ ਲਾਗੂ ਹੋ ਗਿਆ, ਬਿਜਲੀ ਦੇ, ਪਾਣੀ ਦੇ ਸਾਰੇ ਮਸਲੇ ਹੱਲ ਹੋ ਗਏ ਹੈ, ਤਾਂ ਹੁਣ ਕੋਈ ਬਾਅਦ 'ਚ ਬਿਆਨ ਨਹੀਂ ਆਇਆ। ਹੁਣ ਮੈਂ ਕਹਿ ਰਿਹਾ ਕਿ ਵਿਸ਼ਵਾਸ ਅਸੀਂ ਜਿੱਤਿਆ ਹੈ, ਇਹ ਵਿਸ਼ਵਾਸ ਜੀਤ ਹੈ। ਇਹ ਲੋਕ ਭੰਬਲ ਭੁੱਸੇ 'ਚ ਪਾਉਣ ਦੀ ਕੋਸ਼ਿਸ਼ ਕਰਦੇ, ਆਮ ਆਦਮੀ ਵਾਲੇ ਖਾਸ ਤੌਰ 'ਤੇ, ਲੇਕਿਨ ਉਹਨਾਂ ਤੋਂ ਪੈਂਦਾ ਨਹੀਂ। ਹੁਣ ਮੇਰੀ ਖੱਡ 'ਤੇ ਚਲੇ ਗਏ। ਖੱਡ ਉਹ ਲੀਗਲ ਹੈ, ਜਿਹਦੇ 'ਤੇ ਉਹ ਮੁੰਡਾ ਗਿਆ ਬਾਹਰੋਂ ਦਿੱਲੀ 'ਤੇ ਆ ਕੇ। ਪਹਿਲੀ ਗੱਲ ਤਾਂ ਇਹ ਹੈ, ਤੇਰੇ ਇੱਥੇ ਨਾ ਨਾਨਕੇ, ਨਾ ਤੇਰੇ ਦਾਦਕੇ, ਨਾ ਤੇਰੇ ਪਾਸ ਕੋਈ ਅਹੁਦੇਦਾਰੀ ਪੰਜਾਬ ਦੀ, ਨਾ ਤੂੰ ਕੋਈ ਪੰਜਾਬ ਦਾ ਅਫਸਰ, ਨਾ ਤੂੰ ਪੰਜਾਬ ਦਾ ਬਸਿੰਦਾ। ਹੂ ਆਰ ਯੂ ਟੂ ਚੈੱਕ ਅਵਰ ਸੈਂਡ ਮਾਈਨਸ? ਕਿਉਂ ਗਿਆ ਉੱਥੇ? ਤੁਸੀਂ ਰਾਘਵ ਚੱਡਾ ਦੀ ਗੱਲ ਕਰ ਰਹੇ ਹੋ? ਹਾਂ, ਰਾਘਵ ਚੱਡਾ। ਵੀ ਤੂੰ ਕੌਣ ਹੈ ਯਾਰ? ਤੂੰ ਨਾ ਪੰਜਾਬ ਦਾ, ਨਾ ਪੰਜਾਬੀ, ਨਾ ਤੇਰੀ ਦਾਦਕੇ ਇੱਥੇ, ਨਾ ਨਾਨਕੇ ਇੱਥੇ। ਤੂੰ ਕਾਹਦੇ ਵਾਸਤੇ ਇੱਥੇ ਖਲਲ ਪਾ ਰਿਹਾ? ਪੰਜਾਬ ਦਾ ਕੋਈ ਨੌਜਵਾਨ ਜਾਵੇ, ਪੰਜਾਬ ਦਾ MLA ਜਾਵੇ, MP ਜਾਵੇ, ਦੇਖੇ। ਪਰ ਫਿਰ ਵੀ ਮੈਂ ਉਹਦੇ ਨਾਲ ਦੀ ਖੱਡ 'ਤੇ ਵੀ ਅੱਜ ਜਾ ਕੇ ਆਇਆ, ਉੱਥੇ ਵੀ ਜਾ ਆਵਾਂਗਾ। ਲੇਕਿਨ ਉਹ ਸਾਰੀਆਂ ਖੱਡਾਂ ਲੀਗਲ ਹੈ, ਅਸੀਂ ਉਹਦੇ ਕਾਗਜ਼ ਦਿਖਾ ਰਹੇ। ਲੀਗਲ ਖੱਡ ਚੱਲ ਰਹੀ ਹੈ। ਇਹਨਾਂ ਨੇ ਜ਼ੋਰ ਲਾ ਕੇ ਸਾਰਿਆਂ ਨੂੰ ਪੁੱਛਿਆ ਕਿ ਜੀ ਕਿੰਨੇ ਰੁਪਈਏ ਰੇਤਾ ਮਿਲ ਰਿਹਾ? ਉਹ ਕਹਿੰਦੇ 5.5 ਰੁਪਏ ਮਿਲ ਰਿਹਾ। ਫਿਰ ਹੁਣ ਇਹਦੇ 'ਚ ਬਕਾਇਆ ਕਿਆ ਰਹਿ ਗਿਆ? ਲੋਕਾਂ ਨੂੰ 5.5 ਰੁਪਈਏ, ਇਹਨਾਂ ਨੂੰ ਉਮੀਦ ਹੀ ਨਹੀਂ ਸੀ ਦਰਿਆ 'ਤੇ 5.5 ਰੁਪਏ ਰੇਤਾ ਮਿਲ ਜਾਏਗਾ। ਹਾਂ, ਮੈਂ ਫੇਰ ਦੱਸ ਦੇਣਾ ਚਾਹੁੰਦਾ ਕਿ ਇਹ ਦਰਿਆ ਸਿੱਧੂ ਜੀ ਨੇ ਇੱਕ ਵਾਰੀ ਸਟੇਜ ਤੋਂ ਕਹਿਤਾ ਕਿ ਬਾਈ ਅਜੇ ਵੀ ਬਾਈ ਮਿਲਦਾ ਹੈਗਾ, ਤਾਂ ਉਹ ਉੱਥੋਂ ਕਿਹਨੇ ਕਹਿਤਾ? ਸਿੱਧੂ ਜੀ ਨੇ। ਕੋਈ ਗੱਲ ਨਹੀਂ, ਉਹਨੂੰ ਕਿਤੇ ਹੋਏਗਾ, ਹੋ ਸਕਦਾ ਕਿਤੇ ਮਿਲਦਾ ਹੋਵੇ, ਲੇਕਿਨ ਅਸੀਂ
5.5 ਰੁਪਏ ਕਰ ਦਿੱਤਾ ਹੈ ਦਰਿਆ ਤੇ। ਜਦੋਂ ਜਿਹਦੇ ਘਰ ਜਾਣਾ ਹੈ ਤਾਂ ਉਹਦੇ 'ਚ ਰਸਤੇ ਵਿੱਚ ਟਰੱਕ ਨੇ ਲੈ ਕੇ ਜਾਣਾ, ਉਹ ਟਰੱਕ ਦੀ ਫੀਸ ਲੱਗਣੀ ਹੈ, ਉਹ ਟਰੱਕ ਵਾਲੇ ਨੇ ਲੈਣੀ। ਸਾਡਾ ਰੋਲ ਨਹੀਂ ਹੈ, ਟਰੱਕ ਇੰਡੀਪੈਂਡੈਂਟ ਹੈ, ਸਰਕਾਰੀ ਨਹੀਂ ਹੈ। ਸਰਕਾਰੀ ਖੱਡ ਦੇ 5.5 ਰੁਪਏ ਹੈ, ਉਸ ਤੋਂ ਬਾਅਦ ਟਰੱਕ ਦਾ ਭਾੜਾ ਲੱਗ ਕੇ ਜਿੰਨੇ ਦਾ ਪਏਗਾ ਉਹਨੇ ਦਾ ਪੈਣਾ। ਇਹਦੇ ਨਾਲ ਸਰਕਾਰ ਨੂੰ ਨੁਕਸਾਨ ਨਹੀਂ ਹੋ ਰਿਹਾ? ਜਿਹੜਾ ਇਨਕਮ ਆਉਂਦੀ ਸੀ ਉਹ ਰੁਕੀ ਨਹੀਂ ਹੈਗੀ, ਘਟੀ ਨਹੀਂ ਹੈ? ਉਹ ਜੀ ਅਸੀਂ ਇਕੱਲੀ ਸਰਕਾਰ ਦੀ ਨਹੀਂ ਕੱਟੀ, ਅਸੀਂ ਆਪਣੀ ਵੀ ਅੱਧੀ ਕੀਤੀ ਹੈ। ਉਹਦੇ ਵੀ ਠੇਕੇਦਾਰ ਦੇ ਵੀ ਪੈਸੇ ਘਟਾਏ ਹੈ, ਜ਼ਿਮੀਂਦਾਰ ਦੇ ਵੀ ਪੈਸੇ ਘਟਾਏ ਹੈ। 5.5 ਰੁਪਏ 'ਚ ਸਰਦਾ ਹੈ, ਹੁਣ ਵੀ ਤਾਂ ਦੇ ਰਹੇ ਹੈ। ਤੇ ਜਿਹੜੀ ਮਾਈਨਿੰਗ ਜਿਹਦੇ ਬਾਰੇ ਕੈਪਟਨ ਅਮਰਿੰਦਰ ਵੀ ਕਹਿੰਦੇ ਕਿ ਮੇਰੇ ਬੜੇ ਐਮਐਲਏ ਮਾਈਨਿੰਗ ਕਰਦੇ ਸੀ, ਉਹ ਬੰਦ ਹੋ ਗਈ ਆ? ਤੁਹਾਡੇ ਸਾਹਮਣੇ ਹੀ ਹੈ, ਪਹਿਲਾਂ ਇਕੱਠੇ ਹੋ ਕੇ ਖਾ ਰਹੇ ਸੀ ਸਾਰੇ ਜਣੇ, ਵਿੱਚੇ ਸਾਰੇ ਸੀ, ਹੁਣ ਕੋਈ ਵੀ ਨਹੀਂ ਖਾ ਰਿਹਾ। ਇਹ ਆਵਾਜ਼ਾਂ ਕਦੀ ਉੱਠਦੀਆਂ ਨਹੀਂ ਸੀਗੀ ਵੀ ਮਾਈਨਿੰਗ ਹੋ ਰਹੀ ਹੈਗੀ ਹੈ? 2 ਸਾਲ ਪਹਿਲਾਂ ਕੈਬਨਿਟ ਦੇ ਵਿੱਚ ਡਿਸਾਈਡ ਹੋ ਗਿਆ ਸੀ ਕਿ ਰੇਤਾ ਫ੍ਰੀ ਕਰੋ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਹੀਂ ਸੀ। ਤੇ ਮੈਂ ਉਹਦੇ ਵਿੱਚ ਮੇਨ ਸੀ ਕਿ ਜੀ ਇਹਨੂੰ ਫ੍ਰੀ ਕਰੋ, ਲੇਕਿਨ ਉਹਨਾਂ ਨੇ ਅਗਲੀ ਮਾਰਚ ਤੱਕ ਠੇਕਾ ਦੇਤਾ। ਮੈਨੂੰ ਉਹ ਠੇਕਾ ਜਿਹੜਾ ਕੰਟਰੈਕਟ ਹੋਇਆ ਵਾ ਉਹਦੇ 'ਚ ਦਿੱਕਤ ਆ ਰਹੀ, ਮੈਂ ਫ੍ਰੀ ਕਰਨਾ ਸੀ। ਇਸੇ ਕਰਕੇ ਮੈਂ 9 ਰੁਪਏ ਤੋਂ 5.5 ਉਹਨਾਂ ਨੂੰ ਦਬਾਇਆ, ਘੱਟ ਕਰਾਇਆ ਠੇਕੇਦਾਰਾਂ ਤੋਂ, ਲੇਕਿਨ ਮੈਂ ਟੋਟਲ ਫ੍ਰੀ ਨਹੀਂ ਕਰ ਪਾਇਆ ਕਿਉਂਕਿ ਕੰਟਰੈਕਟ ਹੋਇਆ ਵਾ, ਉਹ ਕੋਰਟ 'ਚ ਜਾ ਕੇ ਸਟੇ ਲਿਆਉਣਗੇ। ਅੱਗੇ ਸਮਾਂ ਆਏਗਾ ਤਾਂ ਫ੍ਰੀ ਕਰਾਂਗੇ। ਅੱਛਾ, ਫ੍ਰੀ ਵੀ ਹੋ ਸਕਦਾ ਹੈਗਾ? 100% ਹੋ ਸਕਦਾ ਇਹ ਕੰਟਰੈਕਟ ਖਤਮ ਹੋ ਜਾਵੇ 31 ਮਾਰਚ ਨੂੰ। ਉਸ ਤੋਂ ਬਾਅਦ ਨਵੀਂ ਸਰਕਾਰ ਦੇ ਹੱਥ ਵਿੱਚ ਹੋਏਗਾ, ਕੀ ਹੋਏਗਾ? ਜਿਸ ਮੁੱਦੇ ਤੇ ਕੈਪਟਨ ਅਮਰਿੰਦਰ ਨੂੰ ਨਾਰਾਜ਼ਗੀ ਸੀ ਤੁਹਾਡੇ ਮੰਤਰਾਲੇ ਵਿੱਚ, ਉਹ 2 ਇਮੋਸ਼ਨਲ ਮੁੱਦੇ ਸੀਗੇ। ਇੱਕ ਤਾਂ ਬਰਗਾੜੀ ਦਾ ਸੀ, ਇੱਕ ਡਰੱਗਸ ਦਾ ਸੀ, ਪੰਜਾਬ ਵਿੱਚ ਨਸ਼ੇ ਆ ਰਹੇ। ਉੱਤੇ ਅੱਜ ਵੀ ਕੁਝ ਐਕਸ਼ਨ ਨਜ਼ਰ ਨਹੀਂ ਆ ਰਿਹਾ, ਲੋਕ ਉਮੀਦ ਰੱਖ ਕੇ ਬੈਠੇ ਨੇ। ਐਕਸ਼ਨ ਹੋ ਰਿਹਾ ਹੈ ਬਰਗਾੜੀ ਦੇ ਮੁੱਦੇ ਤੇ, ਬੇਅਦਬੀ ਦੇ ਮੁੱਦੇ ਤੇ ਬਾਬੇ ਨੂੰ ਜਾ ਕੇ ਗ੍ਰਿਲ ਕੀਤਾ SIT ਨੇ। ਜਿਹੜੇ 3 ਬੰਦੇ ਭਗੌੜੇ ਉਹਨਾਂ ਦੀ ਭਾਲ ਜਾਰੀ ਹੈ। ਫਿਰ ਬਾਬੇ ਨੇ ਕਹਿਤਾ ਕਿ ਜੀ ਮੇਰੀ ਜਿਹੜੀ ਟੀਮ ਹੈ ਉਸੇ ਨੂੰ ਪਤਾ ਸਾਰਾ ਕੁਝ। ਹੁਣ ਟੀਮ ਨੂੰ ਲੁਧਿਆਣੇ ਬੁਲਾਇਆ ਸੀ, 3 ਮੌਕੇ ਮਿਲੇ, ਉਹ ਆਏ ਨਹੀਂ। SIT ਕਾਰਵਾਈ ਕਰ ਰਹੀ ਹੈ ਤੇ ਕਾਰਵਾਈ ਹੋਏਗੀ। ਔਰ STF ਦੀ ਰਿਪੋਰਟ ਜੋ ਕਿ ਕਾਂਗਰਸ ਦੇ ਪ੍ਰਧਾਨ ਮਨੋਜ ਸਿੱਧੂ ਬਾਦਲ ਕਹਿੰਦੇ ਹੈ ਕਿ ਇਹਨਾਂ ਦੀ ਮਿਲੀ ਭੁਗਤ ਸੀ। ਕੋਰਟ ਕੇਸ ਹੈ, ਮੈਂ ਇਸ ਕਰਕੇ ਅਜੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ, ਲੇਕਿਨ ਕੈਪਟਨ ਅਕਾਲੀ ਦਲ ਇਹਨਾਂ ਦੇ ਨੈਕਸਸ ਨੇ ਇਹ ਸਾਰੇ ਕੇਸ ਖਰਾਬ ਕੀਤੇ ਹੈ। ਇੱਥੇ ਤੱਕ ਇਹ ਫਾਈਲਾਂ ਗਵਾ ਦਿੱਤੀਆਂ ਹੋਈਆਂ, ਫਾਈਲ ਗਵਾ ਕੇ DDR ਕੱਟਤੀ ਹੈ ਕਿ ਜੀ ਇਹ ਫਾਈਲ ਗਵਾਚ ਗਈ, ਫਾਈਲਾਂ ਦੁਬਾਰਾ ਤੋਂ ਬਣਾਉਣੀਆਂ ਪੈ ਰਹੀਆਂ। ਕੋਰਟ ਕੇਸ ਖਰਾਬ ਕੀਤੇ ਹੋਏ ਆ, ਕੋਰਟਾਂ ਦੇ ਵਿੱਚ ਐਫੀਡੇਵਿਟ ਐਸੇ ਦਿੱਤੇ ਹੋਏ ਜਿਹੜੇ ਸਾਨੂੰ ਦਿੱਕਤ ਆ ਰਹੀ ਹੈ। 4.5 ਸਾਲ STF ਦੀ ਰਿਪੋਰਟ ਖੋਲ੍ਹਣ ਨੂੰ ਇਹਨਾਂ ਨੇ ਕੁਝ ਨਹੀਂ ਕੀਤਾ। ਇਸ ਕਰਕੇ ਹੁਣ ਟਾਈਮ ਉਹਦੇ ਵਿੱਚ ਕੰਜ਼ਿਊਮ ਹੋ ਰਿਹਾ ਹੈ, ਪਰ ਫਿਰ ਵੀ ਪਰਮਾਤਮਾ ਕਰੇਗਾ ਇਹਨਾਂ ਮਸਲਿਆਂ ਦੇ ਹੱਲ ਹੋਣ। ਸੋ ਜਿਹੜੀ ਰਿਪੋਰਟ ਕਹੀ ਜਾਂਦੀ ਹੈ ਸਰਕਾਰ ਕੋਲ ਹੈਗੀ, ਉਹ ਗੁੰਮ ਗਈ ਹੋਈ ਤੁਸੀਂ ਕਹਿੰਦੇ ਕਿ ਜਿਹੜੀ STF ਦੀ ਸਰਕਾਰ ਕੋਲ ਰਿਪੋਰਟ ਅਸੀਂ ਕਢਾਈ ਹੈ। ਇਹਨਾਂ ਨੇ ਤਾਂ ਇੱਥੇ ਤੱਕ ਕਰਤਾ ਸੀ ਕਿ ਫਾਈਲ ਹੀ ਗਾਇਬ ਕਰਤੀ ਸੀ, ਉਹ ਕੇਸ ਵਾਲੀ, ਉਹ ਦੁਬਾਰ ਤੋਂ ਕਿਤੋਂ ਚੱਕ ਕੇ ਫਾਈਲ ਤਿਆਰ ਕੀਤੀ। ਅੱਜ ਕੈਪਟਨ ਅਮਰਿੰਦਰ ਨੇ ਇੱਕ ਚੀਜ਼ ਕਹੀ ਕਿ ਵੀ ਮੈਨੂੰ ਇੱਕ ਸਾਜ਼ਿਸ਼ ਨਾਲ ਰਚਿਆ ਗਿਆ, ਮੈਨੂੰ ਇਨਵੋਲਵ ਨਹੀਂ ਕੀਤਾ ਗਿਆ, ਮੇਰੀ ਬੜੀ ਬੇਇੱਜ਼ਤੀ ਹੋਈ। ਸੋ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਹੈ ਕਿ ਉਹਨਾਂ ਦੀ ਐਕਚੁਅਲੀ ਜਿਨ੍ਹਾਂ ਨੇ ਪੂਰੀ ਉਮਰ ਕਾਂਗਰਸ ਵਿੱਚ ਆਲਮੋਸਟ ਕਢਾਈ ਹੈਗੀ, ਤਾਂ ਉਹਨਾਂ ਨਾਲ ਕੋਈ ਮਾੜੀ ਗੱਲ ਹੋਈ? ਕਿ 2 ਵਾਰ ਮੁੱਖ ਮੰਤਰੀ ਬਣਾਇਆ, MP ਬਣੇ ਹੈ, ਉਹ ਪਹਿਲਾਂ ਛੱਡ ਵੀ ਚਲੇ ਗਏ ਸੀ 84 ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਫਿਰ ਕਾਂਗਰਸ ਦੇ ਵਿੱਚ ਲਿਆ 98 ਦੇ ਵਿੱਚ, 97 ਦੇ ਵਿੱਚ, ਤੇ ਫਿਰ ਆਉਂਦੇ ਹੀ ਉਹਨਾਂ ਨੂੰ ਪ੍ਰਧਾਨ ਬਣਾਇਆ, ਫਿਰ 2 ਵਾਰ ਮੁੱਖ ਮੰਤਰੀ ਬਣਾਇਆ। ਉਹਨਾਂ ਦੀ ਵਾਈਫ MP ਰਹੇ ਹੈ, ਉਹਨਾਂ ਦੀ ਵਾਈਫ ਨੂੰ MLA ਵੀ ਸ਼ਾਇਦ ਰਹੇ ਆ, ਉਹਨਾਂ ਦੀ ਵਾਈਫ ਨੂੰ ਮੰਤਰੀ ਵੀ ਦਿੱਲੀ ਦੇ ਵਿੱਚ ਬਣਾਇਆ ਗਿਆ। ਉਹ ਕਿਹਨੇ ਬਣਾਇਆ? ਸਭ ਕੁਝ ਕਾਂਗਰਸ ਨੇ ਦਿੱਤਾ ਹੈ, ਕਾਂਗਰਸ ਤੋਂ ਹੀ ਉਹਨਾਂ ਨੇ ਸਭ ਕੁਝ ਲਿਆ। ਅੱਜ ਜੇ ਉਹਨਾਂ ਦਾ ਇੱਕ ਕੱਦ ਬਣਿਆ ਹੋਇਆ ਹੈ ਤਾਂ ਉਹ ਕਾਂਗਰਸ ਨੇ ਖੜਾ ਕੀਤਾ ਹੈ। ਇੱਕ ਪਰਿਵਾਰ ਦੇ ਵਿੱਚ ਜੇ ਅੱਜ ਕਾਂਗਰਸ ਨੂੰ ਲੋੜ ਸੀ ਤਾਂ ਉਹਨਾਂ ਨੂੰ ਕਾਂਗਰਸ ਦੇ ਨਾਲ ਖੜਨਾ ਚਾਹੀਦਾ ਸੀ। ਇਹ ਕਿਆ ਹੋ ਗਿਆ ਕਿ ਜੀ ਕੋਈ ਨਾ ਕੋਈ ਗੱਡੇ ਨਾਲ ਕੱਟਾ ਬੰਨਿਆ ਹੋਇਆ ਜੀ, ਮੈਂ ਗੱਡਾ ਨਹੀਂ ਦੇਣਾ। ਪਰ ਉਹ ਇੰਨੇ ਹਰਟ ਹੋਏ ਕਿ ਉਹ ਉਸ ਪਾਰਟੀ ਵਿੱਚ ਜਾ ਰਹੇ ਜਿਹਦੇ ਬਾਰੇ ਅੱਜ ਤੋਂ ਮਹੀਨਾ ਪਹਿਲੇ ਜਿਹਦੀ ਉਹ ਖੁੱਲ੍ਹ ਕੇ ਨਿੰਦਾ ਕਰਦੇ ਸੀਗੇ। ਕਦੇ ਨਹੀਂ ਨਿੰਦਾ ਕਰਦੇ ਸੀ, ਉਹ ਪਹਿਲਾਂ ਤੋਂ ਹੀ ਉਹਨਾਂ ਦੇ ਨਾਲ ਸੀ। ਸੋਚ ਕਾਂਗਰਸ ਪਾਰਟੀ ਬਿਲਕੁਲ ਵੀ ਨਹੀਂ, ਕੋਈ ਵੀ ਨਹੀਂ, ਅਸੀਂ ਮਿਲ ਕੇ ਖੇਲ ਚੱਲ ਰਹੀ ਸੀ। ਅੱਛਾ, ਤੁਹਾਡੇ ਮੁਤਾਬਿਕ ਕਿ ਇਹ ਪਹਿਲਾਂ ਤੋਂ ਚੱਲ ਰਿਹਾ ਕੰਮ, ਇਹ ਇਕੱਠੇ ਹੈ ਪਹਿਲਾਂ ਤੋਂ ਹੀ, ਉਹਨਾਂ ਦੇ ਮੁਤਾਬਕ ਹੀ ਫੈਸਲੇ ਲੈਂਦੇ ਸੀ। ਇਸ ਕਰਕੇ ਕੋਈ ਨਵੀਂ ਗੱਲ ਨਹੀਂ ਹੈ।
ਤੁਹਾਨੂੰ ਕਦੀ ਇਦਾਂ ਫੀਲ ਹੁੰਦਾ ਸੀ ਕਿ ਤੁਹਾਡੇ ਜਿਹੜੇ ਫੈਸਲੇ ਹੈ ਕਿ ਉਹਨਾਂ ਨੂੰ ਰੋਕਿਆ ਜਾਂਦਾ ਸੀ? ਬਿਕੋਜ਼ ਅਸੀਂ ਅੱਜ ਜੋ ਦੇਖ ਰਹੇ ਹਾਂ, ਜੋ ਕਿ ਇੱਕ ਬਹੁਤ ਵਿਜ਼ੀਬਲ ਚੀਜ਼ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੱਸਾਂ ਦੇ ਟੈਕਸ ਲਿਆ ਜਾ ਰਿਹਾ, ਜਿਹੜੀਆਂ ਬੱਸਾਂ ਗਲਤ ਪਰਮਿਟ 'ਤੇ ਚੱਲ ਰਹੀਆਂ ਸਾਨੂੰ ਰੋਕਿਆ ਜਾ ਰਿਹਾ ਹੈ, ਔਰ ਜਿਵੇਂ ਬੱਸ ਸਟੈਂਡ ਤੋਂ ਜਿਹੜੇ ਇਲੀਗਲ ਕਬਜ਼ੇ ਹੋ ਚੁੱਕੇ ਗਏ ਨੇ, ਇਹ ਛੋਟੀ ਛੋਟੀ ਚੀਜ਼ ਤੇ ਵੀ ਮਨਾਹੀ ਸੀ ਕਿ ਵੀ ਨਹੀਂ ਕਰਨਾ? ਨਹੀਂ, ਟੋਟਲੀ ਸਰਕਾਰ ਕੋਈ ਹੋਰ ਲੋਕ ਨਾਲ ਹੋ ਕੇ ਚਲਾ ਰਹੇ। ਅਕਾਲੀ ਦਲ ਦੇ ਬੰਦੇ ਇਹਨਾਂ ਦੇ ਨਾਲ ਚਲਾਉਂਦੇ ਸੀ, ਅਕਾਲੀ ਦਲ ਦੀਆਂ ਬੱਸਾਂ ਉਸ ਹਿਸਾਬ ਨਾਲ ਚੱਲਦੀਆਂ ਸੀ, ਟਾਈਮ ਟੇਬਲ ਇਹਨਾਂ ਦੇ ਉਹਨਾਂ ਦੇ ਮੁਤਾਬਕ ਬਣੇ ਹੋਏ ਸੀ, ਉਹ ਸਾਰਾ ਕੁਝ ਚੇਂਜ ਕਰ ਰਿਹਾ ਸੀ। ਉਹ ਇੰਨੀ ਇੰਟਰਫੇਰੈਂਸ ਸੀ ਕਿ ਮੰਤਰੀ ਨੂੰ ਬੋਲੇ ਮੰਤਰੀ ਨੂੰ ਤਾਂ ਕੁਝ ਕਰਨ ਹੀ ਨਹੀਂ ਸੀ ਦਿੰਦੇ, ਇਹ ਤਾਂ ਸਾਰਾ ਕੁਝ ਆਪ ਹੀ ਕਰ ਰਹੇ ਸੀ। ਜਿਹੜਾ ਤੁਸੀਂ ਟੈਕਨੀਕਲ ਐਜੂਕੇਸ਼ਨ ਵਿੱਚ ਕੰਮ ਕੀਤਾ ਹੈ, ਤੁਸੀਂ ਨੌਕਰੀ ਮੇਲੇ ਲਾਏ, ਉਹਦੇ ਵਿੱਚ ਵੀ ਇੰਟਰਫੇਰੈਂਸ ਸੀਗੀ? ਨਹੀਂ, ਮੇਰਾ ਸਿਸਟਮ ਕੁਝ ਹੋਰ ਹੈ। ਮੈਂ ਛੇਤੀ ਇੰਟਰਫੇਰੈਂਸ ਜਰਦਾ ਹੀ ਨਹੀਂ ਹੈ। ਮੈਂ ਕਹਿੰਦਾ ਚੱਕੋ ਆਪਣਾ ਸਿਟੀ ਸਿਆਪਾ, ਮੈਂ ਤਾਂ ਆਪਣੇ ਤਰੀਕੇ ਨਾਲ ਕੰਮ ਕਰਨਾ। ਲੇਕਿਨ ਮੈਂ ਜਿਹੜੇ ਮੇਰੇ ਪਾਸ ਡਿਪਾਰਟਮੈਂਟ ਸੀ ਉਹਨਾਂ ਦੇ ਵਿੱਚ ਅਸੀਂ ਬਹੁਤ ਅੱਛਾ ਕੰਮ ਕੀਤਾ। ਮੈਂ 20 ITI ਕਾਲਜ ਖੋਲ੍ਹੇ ਹੈ। ਗੁਰੂ ਨਾਨਕ ਸਾਹਿਬ ਦਾ ਮੈਨੂੰ ਕੰਮ ਦਿੱਤਾ ਗਿਆ ਸੀ, ਤਾਂ ਗੁਰੂ ਨਾਨਕ ਸਾਹਿਬ ਦੀ ਜਨਮ ਸ਼ਤਾਬਦੀ ਹੈ ਜਿਹੜੀ, ਉਹ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੋਈ ਹੈ। ਅਤੇ ਅੱਜ ਤੁਸੀਂ ਆ ਪਿੱਛੇ ਜੇ ਇੰਡੀਆ ਟੂਡੇ ਦਾ ਇੱਕ ਉਹ ਆਇਆ ਹੈ, ਉਹਦੇ ਵਿੱਚ ਮੇਰੇ ਜਿਹੜੇ 3 ਸਾਲ ਹੈ ਉਹ 14ਵੇਂ ਨੰਬਰ ਤੋਂ ਅਸੀਂ ਸਾਰੇ ਦੇਸ਼ ਦੇ ਵਿੱਚ ਪਹਿਲੇ ਨੰਬਰ 'ਤੇ ਟੂਰਿਜ਼ਮ ਨੂੰ ਲੈ ਕੇ ਆਏ ਹਾਂ। ਅਤੇ ਇਹ ਕਿਉਂ ਆਇਆ? ਮਿਹਨਤ ਕੀਤੀ ਸੀ। ਅਤੇ ਅੱਜ ਮੈਨੂੰ ਇਸ ਗੱਲ ਦਾ ਮੈਂ ਧੰਨਵਾਦੀ ਹਾਂ ਕਿ ਇੱਕ ਮੈਂ ਦੇਖ ਰਿਹਾ ਸੀ TV 'ਤੇ, ਉਹ ਕੈਪਟਨ ਸਾਹਿਬ ਕਹਿ ਰਹੇ ਹੈ ਕਿ ਉਹਨਾਂ ਨੇ ਅੱਛਾ ਕੰਮ ਕੀਤਾ ਮੇਰੇ ਬਾਰੇ। ਥੈਂਕ ਯੂ। ਸੋ ਜਿਹੜਾ ਬੰਦਾ ਖੜਾ ਹੋਣ ਦੀ ਤਾਕਤ, ਉਹਨੂੰ ਖੜਾ ਹੋਣ ਦਿੰਦੇ ਸੀ, ਪਰ ਜਿੱਥੇ ਦਬਾਇਆ ਜਾ ਸਕਦਾ ਦਬਾਇਆ ਜਾ ਸਕਦਾ ਸੀ। ਨਹੀਂ, ਇੱਦਾਂ ਹੈ ਕਿ ਮੇਰੇ ਮਹਿਕਮਿਆਂ ਦੇ ਵਿੱਚ ਅਕਾਲੀਆਂ ਦੇ ਨਾਲ ਦੇ ਇੰਟਰਸਟ ਦਾ ਕੋਈ ਕੰਮ ਨਹੀਂ ਸੀ, ਇਸ ਕਰਕੇ ਮੈਨੂੰ ਇੰਡੀਪੈਂਡੈਂਸ ਸੀਗੀ। ਕਿਉਂਕਿ ਟੂਰਿਜ਼ਮ ਦੇ ਵਿੱਚ ਉਹਨਾਂ ਨੇ ਕੀ ਕਰਨਾ ਸੀ, ਉਹਨਾਂ ਦੀਆਂ ਬੱਸਾਂ ਹੈ, ਬੱਸਾਂ 'ਚ ਕਰਦੇ ਸੀ, ਹੋਰ ਸਾਰੇ ਕੰਮਾਂ ਦੇ ਵਿੱਚ ਉਹਨਾਂ ਦਾ ਮੇਰੇ ਵਾਲੇ 'ਚ ਨਹੀਂ ਸੀ। ਅੱਜ ਜਦ ਕੈਪਟਨ ਅਮਰਿੰਦਰ BJP ਦੇ ਨਾਲ ਇੰਨੇ ਕਰੀਬ ਨੇ, ਉੱਧਰ ਓਪਨਲੀ ਕਰੀਬ ਨੇ, ਕੁਝ ਇਹੋ ਜਿਹੀਆਂ ਚੀਜ਼ਾਂ ਤੁਸੀਂ ਐਕਸਪੈਕਟ ਕਰ ਸਕਦੇ ਜਿਹੜੀਆਂ ਤੁਹਾਨੂੰ ਹਾਰਮ ਕਰ ਸਕਦੀਆਂ? ਜਿਵੇਂ ਹੁਣ BSF ਦਾ ਫੈਸਲਾ ਲਿਆ ਗਿਆ ਕਿ ਤੁਹਾਨੂੰ ਇਹ 7 ਦਿਨਾਂ ਵਿੱਚ ਲੱਗਿਆ ਹੈ ਕਿ BSF ਦਾ ਦਾਇਰਾ ਵਧਾਉਣ ਨਾਲ ਪੰਜਾਬ ਨੂੰ ਕੋਈ ਨੁਕਸਾਨ ਹੋ ਰਿਹਾ ਹੈ? ਇੱਦਾਂ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਯੂਨੀਅਨ ਟੈਰੀਟਰੀ ਬਣਾਤੀ, ਸੂਬੇ ਨੂੰ ਤੋੜਤਾ, ਹੁਣ ਪੰਜਾਬ ਦੀ ਵਾਰੀ ਹੈ। ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਦ ਸੂਬੇ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ, ਉਸ ਟਾਈਮ BJP ਦੇ ਹੱਕ ਦੇ ਵਿੱਚ ਬਿਨਾਂ ਮਤਲਬ ਤੋਂ ਨੈਸ਼ਨਲਿਜ਼ਮ ਦੀ ਗੱਲ ਕਰਕੇ ਜਾਂ ਦੇਸ਼ ਦੀ ਸੁਰੱਖਿਆ ਦੀ ਗੱਲ ਕਰਕੇ, ਜਿਹਦਾ ਕੋਈ ਸੰਬੰਧ ਨਹੀਂ ਇਹਦੇ ਨਾਲ, ਉਹ ਕਰਨਾ ਠੀਕ ਨਹੀਂ ਹੈ। ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸੂਬੇ ਦੇ ਨਾਲ ਖੜਨਾ ਚਾਹੀਦਾ ਹੈ, ਸੂਬੇ ਦੀ ਗੱਲ ਕਰਨੀ ਚਾਹੀਦੀ ਹੈ। ਸੂਬੇ ਦੇ ਅਧਿਕਾਰ ਖੋਏ ਜਾ ਰਹੇ ਆ, ਉਹਦੀ ਗੱਲ ਕਰਨੀ ਚਾਹੀਦੀ ਹੈ। ਇਹ ਕਹਿਣਾ ਕਿ ਜੀ ਇਹ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਜੀ, ਇਹ ਹੈ ਜੀ, ਉਹ ਡਰੋਨ ਆ ਰਹੇ ਜੀ, ਉਹ ਆ ਰਹੇ, ਕੋਈ ਗੱਲ ਨਹੀਂ। 70 ਸਾਲ 5 ਕਿਲੋਮੀਟਰ ਨਾਲ ਚੱਲੇ ਹੈ, ਹੁਣ ਐਡਾ ਕਿਆ ਖਾਸ ਹੋ ਗਿਆ ਕਿ 15 ਕਿਲੋਮੀਟਰ ਆ ਗਏ? ਅਸੀਂ ਅੱਤਵਾਦ ਵੀ ਭੋਗ ਕੇ ਦੇਖ ਲਿਆ, ਅਸੀਂ ਲੜਾਈਆਂ ਵੀ ਪਰ 71 ਤੇ 65 ਦੀਆਂ ਲੜਨੀਆਂ, ਜਦ ਵੀ 5 ਕਿਲੋਮੀਟਰ ਰਿਹਾ, ਤੇ ਅੱਜ BSF ਦਾ ਦਾਇਰਾ 15 ਕਿਲੋਮੀਟਰ ਕਿਉਂ ਕਰਦੇ ਹੈ? ਤੇ ਜਦੋਂ ਕੀਤਾ ਜਾ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੀ ਸਪੋਰਟ ਕਰ ਰਹੇ, ਅੱਜ BJP ਦੇ ਨਾਲ ਖੜ ਰਹੇ ਜਿਹੜੇ ਕਿ ਪੰਜਾਬ ਦਾ ਨੁਕਸਾਨ ਕਰ ਰਹੇ। ਅੱਜ ਉਸ BJP ਦੀ ਸਪੋਰਟ ਕਰ ਰਹੇ ਲੋਕ ਜਿਨੇ ਸਾਨੂੰ 1 ਸਾਲ ਲਗਾਤਾਰ ਸਤਾਇਆ ਕਿਸਾਨਾਂ ਦਾ ਜਿਹੜਾ ਬਿੱਲ ਲਿਆ ਕੇ। ਮੈਂ ਹੈਰਾਨ ਹਾਂ, ਐਸੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ 84 'ਚ ਅਸਤੀਫਾ ਦਿੱਤਾ ਸੀ, ਅੱਜ ਉਹ ਲੋਕ ਅੱਜ ਜਦੋਂ ਸਾਡੇ ਬਾਰਡਰ ਤੇ ਕਬਜ਼ਾ ਕਰ ਰਹੀ ਹੈ BSF, ਤਾਂ ਉਹਨਾਂ ਦੇ ਨਾਲ ਖੜ ਰਹੇ। ਤੁਸੀਂ ਕੈਪਟਨ ਅਮਰਿੰਦਰ ਕਹਿੰਦੇ ਕਿ ਪੰਜਾਬ ਵਿੱਚ ਬਹੁਤ ਖਤਰਾ ਹੈ, ISI ਦੇ ਸੈੱਲ ਹੈ, ਪਾਕਿਸਤਾਨ ਦੇ ਸੈੱਲ ਬਣੇ ਹੋਏ, ਤੁਹਾਨੂੰ ਇਹੋ ਜਿਹਾ ਕੋਈ ਖਤਰਾ ਲੱਗਿਆ ਹੈ ਨਾ? ਮੇਰੀ ਗੱਲ ਸੁਣੋ, ਇਸ ਖਤਰੇ ਨਾਲੋਂ 65 ਦੀ ਲੜਾਈ ਘੱਟ ਤਾਂ ਨਹੀਂ ਸੀ, 71 ਦੀ ਲੜਾਈ ਘੱਟ ਤਾਂ ਨਹੀਂ ਸੀ, ਅੱਤਵਾਦ ਦਾ ਸਮਾਂ ਘੱਟ ਤਾਂ ਨਹੀਂ ਸੀ, ਉਦੋਂ ਵੀ 5 ਕਿਲੋਮੀਟਰ BSF ਰਹੀ ਹੈ। ਅੱਜ ਤਾਂ ਪੰਜਾਬ ਸ਼ਾਂਤੀ ਨਾਲ ਘੁੱਗ ਵਸ ਰਿਹਾ, ਉਈਓ ਡਰਾਈ ਜਾਂਦੇ ਰੋਜ਼ ਡਰੋਨਾਂ ਦੇ ਨਾਲ ਔਰ ਹੋਰਾਂ ਚੀਜ਼ਾਂ ਦੇ ਨਾਲ। ਇਹ ਤਾਂ ਉਹ ਗੱਲ ਹੋ ਗਈ ਕਿ ਉਹਦਾ ਰਾਹਤ ਅੰਦੌਰੀ ਦਾ ਸ਼ੇਰ ਹੈ ਕਿ ਸਰਹੱਦ ਪਰ ਤਨਾਵ ਹੈ ਕਿਆ, ਪਤਾ ਤਾਂ ਕਰੋ ਚਨਾਬ ਹੈ ਕਿਆ। ਇਹ ਤਾਂ ਉਹ ਗੱਲ ਹੋ ਗਈ, ਚਨਾਬ ਆ ਗਏ ਤਾਂ ਇਹ ਹੁਣ ਸਾਡੇ ਪੰਜਾਬ ਦੇ ਹਾਲਤ ਵਿਗਾੜਨਗੇ। ਹੁਣ ਇਹ ਟਿਫਨ ਵੀ ਦਿਖਾਉਣ ਲੱਗੇ ਸਾਨੂੰ ਪੰਜਾਬ ਦੇ ਵਿੱਚ, ਹੁਣ ਇਹ ਇੱਧਰ ਪਟਾਕੇ ਵੀ ਚੱਲਣੇ ਸ਼ੁਰੂ ਕਰ ਦੇਣਗੇ। ਇਹ ਟੋਟਲ ਪੋਲਿਟਿਕਸ ਹੈ। ਨੈਸ਼ਨਲਿਜ਼ਮ
ਚੁਣਾਵਾਂ ਦੇ ਨੇੜੇ ਹੀ ਯਾਦ ਆਉਂਦਾ ਹੈ। ਜਿੰਨਾ ਇੰਟਰਸਟ ਹੁਣ ਇਕੱਠੇ ਮਿਲ ਕੇ ਸੰਯੁਕਤ ਅਕਾਲੀ ਦਲ, ਕੈਪਟਨ ਸਾਹਿਬ ਦੀ ਲੋਕ ਕਾਂਗਰਸ ਪਾਰਟੀ ਤੇ ਬੀਜੇਪੀ, ਤਾਂ ਲੱਗਦਾ ਪੰਜਾਬ ਦੇ ਜਿਹੜੇ ਆਉਣ ਵਾਲੇ ਚੁਣਾਵ ਤਣਾਅ ਹੋਏਗਾ। ਇੱਦਾਂ ਹੈ ਕਿ ਇਹ ਲੋਕ ਤਣਾਅ ਪੈਦਾ ਕਰਕੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਜਿਹੜੇ ਅਸੀਂ ਹੋਣ ਨਹੀਂ ਦੇਣੇ। ਤੇ ਪੰਜਾਬ ਦੇ ਵਿੱਚ ਇੱਕ ਸਮਰਥ ਪੁਲਿਸ ਤੇ ਸਰਕਾਰ ਹੈ, ਐਡਮਿਨਿਸਟ੍ਰੇਸ਼ਨ ਹੈ। ਅਸੀਂ ਇੱਥੇ ਬੈਠੇ ਹੈ, ਕਿਸੇ ਤਰ੍ਹਾਂ ਵੀ ਅਸੀਂ ਹਾਲਾਤ ਖਰਾਬ ਨਹੀਂ ਹੋਣ ਦੇਣੇ ਔਰ ਪੰਜਾਬ ਨੂੰ ਬਿਲਕੁਲ ਸਿਕਿਉਰ ਰੱਖਾਂਗੇ। ਤੁਸੀਂ ਪੰਜਾਬੀ ਨੂੰ ਕੰਪਲਸਰੀ ਬਣਾ ਕੇ ਸਾਰੇ ਸਕੂਲਾਂ ਵਿੱਚ ਇੱਕ ਬੜਾ ਵਧੀਆ ਫੈਸਲਾ ਕੀਤਾ, ਪਰ ਦੂਜੇ ਪਾਸੇ ਕੈਪਟਨ ਸਾਹਿਬ ਦਾ ਇਲਜ਼ਾਮ ਹੈ ਕਿ ਇਹਨਾਂ ਨੇ ਇੱਕ ਗਨ ਕਲਚਰ ਵਧਾਉਣ ਵਾਲੇ ਮੂਸੇਵਾਲੇ ਨੂੰ ਨਾਲ ਜੁਆਇਨ ਕਰਕੇ ਗਲਤੀ ਕੀਤੀ ਹੈ। ਮੇਰੀ ਗੱਲ ਸੁਣੋ, ਇੱਕ ਪੰਜਾਬੀ ਸਿੰਗਰ ਹੈ, ਉਹਦੇ ਪਤਾ ਨਹੀਂ ਕਿੰਨੇ ਲੱਖ ਕਿੰਨੇ ਕਰੋੜ ਫੋਲੋਅਰ ਹੈ ਔਰ ਉਹਦੀ ਉਮਰ ਕਿੰਨੀ ਹੈ? 93 ਬੋਰਨ ਹੈ, ਅਜੇ 27 ਸਾਲ ਦਾ ਮੁੰਡਾ ਹੈ, ਨਵਾਂ। ਤੁਸੀਂ ਉਹਨੂੰ ਆਪਣੀ ਸਰਕਾਰ ਦੇ ਵਿੱਚ ਕੈਪਟਨ ਸਾਹਿਬ ਨੇ ਕਿੰਨਾ ਤੰਗ ਕੀਤਾ। ਉਹਨੇ ਇੱਕ ਸਰਕਾਰੀ ਆਪਣੀ ਵੀ ਨਹੀਂ ਹੈ ਉਹਦੀ ਗਨ, ਕੋਈ ਇਲੀਗਲ ਵੀ ਨਹੀਂ ਹੈ, ਸਰਕਾਰੀ ਗਨ ਦੇ ਨਾਲ ਇੱਕ ਗਾਣਾ ਫਿਲਮਾ ਲਿਆ, ਤੁਸੀਂ ਐਡੇ ਪਰਚੇ ਕਰਤੇ ਉਹਦੇ ਤੇ, ਉਹਨੂੰ ਤੁਸੀਂ ਗੈਂਗਸਟਰ ਦਾ ਰੂਪ ਦੇਤਾ, ਉਹਨੂੰ ਤੁਸੀਂ ਤੰਗ ਕਰਨ ਲੱਗ ਗਏ। ਲੇਕਿਨ ਮੈਂ ਚਲੋ ਕਹਿੰਦਾ, ਮੈਂ ਤਾਂ ਇੱਥੇ ਵੀ ਕਹਿੰਦਾ ਕਿ ਚਲੋ ਉਹਨੇ ਕੋਈ ਗਾਣਾ ਗਾਇਆ, ਉਹਨੇ ਕਲਚਰ ਪ੍ਰਮੋਟ ਕੀਤਾ, ਤਾਂ ਕਿਆ ਅਸੀਂ ਆਪਣੇ ਨਵੇਂ ਪਨੀਰੀਆਂ ਨੂੰ ਮੋੜ ਕੇ ਨਹੀਂ ਲਿਆਉਣਾ ਗੱਲ ਦੇ ਵਿੱਚ? ਐਸੀ ਕਿੰਨੇ ਮੁੰਡੇ ਪੰਜਾਬ ਦੇ ਨਸ਼ਿਆਂ 'ਚ ਲਾਤੇ ਅਕਾਲੀਆਂ ਨੇ, ਅਸੀਂ ਉਹਨਾਂ ਨੂੰ ਮੋੜ ਕੇ ਲਿਆ ਰਹੇ ਮੇਨ ਸਟਰੀਮ ਦੇ ਵਿੱਚ। ਸਾਡੇ ਬਹੁਤ ਸਾਰੇ ਮੁੰਡੇ ਅੱਤਵਾਦ ਦੇ ਵਿੱਚ ਚਲੇ ਗਏ ਸੀ, ਅਸੀਂ ਉਹਨਾਂ ਨੂੰ ਮੋੜ ਕੇ ਲਿਆ ਰਹੇ ਮੇਨ ਸਟਰੀਮ ਦੇ ਵਿੱਚ। ਸਾਡੇ ਬੱਚੇ ਹੈ, ਸਾਡੇ ਮੁੰਡੇ ਹੈ, ਸਾਡੇ ਭਰਾ ਹੈ, ਅਸੀਂ ਉਹਨਾਂ ਨੂੰ ਮੋੜ ਕੇ ਮੇਨ ਸਟਰੀਮ 'ਚ ਲਿਆ ਕੇ ਆਪਣੇ ਪਰਿਵਾਰ 'ਚ ਰੱਖਣਾ ਹੈ। ਜੇ ਕਿਸੇ ਨੇ ਕੋਈ ਗਾਣਾ ਗਾਇਆ ਹੈ ਤਾਂ ਹੁਣ ਉਹ ਲਕੀਰ ਨੂੰ ਕਿੰਨੀ ਦੇਰ ਕੁੱਟੀ ਜਾਓਗੇ? ਉਹਦੇ 'ਚ ਪੋਟੈਂਸ਼ੀਅਲ ਤਾਂ ਦੇਖੋ ਕਿੰਨੀ ਹੈ ਨਾ। ਉਹ ਕਿੱਡਾ ਵੱਡਾ ਕਲਾਕਾਰ ਹੈ, ਕਿੱਡਾ ਬੜਾ ਲਿਖਾਰੀ ਹੈ। ਪਰਮਾਤਮਾ ਨੇ ਉਹਨੂੰ ਆਵਾਜ਼ ਦਿੱਤੀ ਹੈ, ਲਿਖਤ ਦੀ ਸੋਚ ਦਿੱਤੀ ਹੈ। ਉਹਦੀ ਸੋਚ ਨੂੰ ਮੇਨ ਸਟਰੀਮ 'ਚ ਲਿਆ ਕੇ ਕਾਂਗਰਸ ਪਾਰਟੀ ਦੇ ਵਿੱਚ ਤਾਂ ਹੈ ਹੀ ਸੈਕੂਲਰ ਗੱਲ ਹੈ, ਦੇਸ਼ ਭਗਤੀ ਦੀ ਗੱਲ ਹੈ। ਆਪਣੇ ਆਪ ਸਹੀ ਤਰੀਕੇ ਨਾਲ ਲਿਖੇਗਾ ਤੇ ਵਧੀਆ ਤਰੀਕੇ ਨਾਲ ਚੱਲੇਗਾ। ਹੋਣਹਾਰ ਮੁੰਡਾ ਹੈ, ਲੋਕ ਉਹਨੂੰ ਚਾਹੁੰਦੇ ਆ, ਨੌਜਵਾਨ ਉਹਨੂੰ ਚਾਹੁੰਦੇ ਆ, ਅਸੀਂ ਸਹੀ ਤਰੀਕੇ ਨਾਲ ਚਲਾਵਾਂਗੇ। ਅਜੇ 20 ਦਿਨ ਰਹਿ ਗਏ ਹੈ, 20 ਤੋਂ 25 ਦਿਨ ਰਹਿ ਗਏ ਹੈ। ਕੁਝ ਹੋਰ ਐਕਸਪੈਕਟ ਕਰ ਸਕਦੇ ਹਾਂ ਕਿ ਹੁਣ 70 ਦਿਨ ਕਿ ਵੀ ਹੋਰ ਨਵੇਂ ਫੈਸਲੇ ਆਉਣ ਵਾਲੇ ਨੇ? ਰੋਜ਼ ਨਵਾਂ ਫੈਸਲਾ ਆਉਣਾ ਹੈ, ਪਬਲਿਕ ਦੇ ਹਿੱਤ ਦਾ ਆਉਣਾ ਹੈ। ਉਹ ਫੈਸਲੇ ਆਉਣੇ ਜਿਹੜੇ ਲੋਕਾਂ ਨੂੰ ਲੋੜ ਹੈ। 100 ਦਿਨ ਰਹਾਂਗਾ ਤਾਂ 100 ਫੈਸਲੇ ਹੋਣਗੇ, 90 ਦਿਨ ਰਹਾਂਗਾ ਤਾਂ 90 ਫੈਸਲੇ ਰਹੋਗੇ, 2000 ਦਿਨ ਰਹਾਂਗਾ ਤਾਂ 2000 ਫੈਸਲੇ ਹੋਣਗੇ। ਪਬਲਿਕ ਨੇ ਡਿਸਾਈਡ ਕਰਨਾ ਹੈ। ਆਖਰੀ ਸਵਾਲ ਤੇ ਆਉਂਦੀ ਹਾਂ, ਅੱਜ ਜੋ ਤੁਹਾਡਾ ਪਰਸਨਲ ਕਿਰਦਾਰ ਹੈ ਉੱਤੇ ਬੜੇ ਸਵਾਲ ਜਾਂ ਕੋਈ ਮਜ਼ਾਕ ਕਰ ਰਿਹਾ ਹੈਗਾ, ਸਟੇਜ ਤੋਂ ਵੀ ਮਜ਼ਾਕ ਸੁਖਬੀਰ ਬਾਦਲ ਨੇ ਆਈ ਥਿੰਕ ਤੁਸੀਂ ਸੁਣਿਆ ਹੋਣਾ ਕੀਤਾ ਹੈਗਾ ਕਿ ਕਹਿੰਦੇ ਕਿ ਉਹ ਕਹਿੰਦਾ ਮੈਂ ਹਰ ਚੀਜ਼ ਹੀ ਕੀਤੀ ਹੋਈ ਹੈ, ਤੇ ਉਹ ਜੇਲ੍ਹ ਗਿਆ ਤੇ ਉਹ ਕੋਈ ਕੈਦੀ ਅੰਦਰ ਸੀਗਾ ਤੇ ਉਹਨੇ ਕਿਹਾ ਮੈਂ ਜੇਲ੍ਹ 'ਚ ਹੀ ਰਿਹਾ ਹੈਗਾ। ਕਮਾਲ ਹੈ। ਉਹਨੂੰ ਕਹੋ ਮੇਰੀ ਰੀਸ ਹੋਰ ਕਰਕੇ ਦੇਖੇ ਥੋੜ੍ਹੀ ਜਿਹੀ। ਮੈਂ ਇੱਕ ਦਿਨ ਖੇਡਣ ਲੱਗ ਗਿਆ ਤਾਂ ਸੁਖਬੀਰ ਬਾਦਲ ਵੀ ਮੇਰੀ ਰੀਸ ਕਰਕੇ ਦੂਜੇ ਦਿਨ ਫੁੱਟਬਾਲ ਖੇਡਣ ਤੁਰ ਪਏ। ਹੁਣ ਇਹ ਨਾ ਪਤਾ ਲੱਗੇ ਕਿ ਫੁੱਟਬਾਲ ਕਿਹੜੀ ਹੈ ਕਿ ਸੁਖਬੀਰ ਬਾਦਲ ਕਿਹੜਾ ਹੈ। ਦੋਵੇਂ ਜਣੇ ਇੱਕੋ ਜਿਹੇ ਆ, ਗੋਲ ਗੋਲ ਜੇ। ਯਾਰ ਤੂੰ ਆਪਣਾ ਸਰੀਰ ਤਾਂ ਦੇਖ ਲੈ, ਖੇਡਣ ਵਾਲਾ ਹੈਗਾ। ਤੂੰ ਮੇਰੀ ਰੀਸ ਦੇ ਕਰਨ ਨਾਲ ਉਹ ਫੁੱਟਬਾਲ 'ਤੇ ਕਿੱਕਾ ਮਾਰਨ ਲੱਗ ਗਿਆ। ਐਵੇਂ ਨਾ ਕੋਈ ਤੜਵਾ ਤੜੂ ਲਈ। ਮੈਂ ਕਹਿੰਦਾ ਕਿ ਇੱਕ ਗਰੀਬ ਪਰਿਵਾਰ ਦੇ ਮੁੰਡੇ ਨੂੰ, ਬੱਚੇ ਨੂੰ ਗਰੀਬੀ 'ਚੋਂ ਨਿਕਲਣ ਨਾਲ ਕਿੰਨੇ ਪਾਪੜ ਬਿਲਣੇ ਪੈਂਦੇ ਹੈ, ਇਹ ਨਾ ਲੋਕਾਂ ਨੂੰ ਕਿਆ ਪਤਾ ਹੈ। ਉਹਨੂੰ ਹਰ ਕੰਮ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਉਹਨੂੰ ਘਰ ਦੇ ਵਿੱਚ ਮੱਝਾਂ ਵੀ ਰੱਖਣੀਆਂ ਪੈਂਦੀਆਂ, ਉਹਨੂੰ ਮੱਝਾਂ ਚੋਣੀਆਂ ਵੀ ਪੈਂਦੀਆਂ, ਉਹਨੂੰ ਬਾਪੂ ਨਾਲ ਕੰਮ ਵੀ ਕਰਾਉਣਾ ਪੈਂਦਾ ਹੈ, ਉਹਨੂੰ ਪੜ੍ਹਨ ਵੀ ਜਾਣਾ ਪੈਂਦਾ, ਉਹਨੂੰ ਖੇਲਦਾ ਵੀ ਆ। ਉਹ ਜਿਹੜੇ ਗਰੀਬ ਬੱਚੇ ਬਾਹਰ ਆਉਂਦੇ ਪੜ੍ਹਾਈ 'ਚ, ਉਹਦੇ ਗਰੀਬੀ 'ਚੋਂ, ਉਹਨਾਂ ਨੂੰ ਪਤਾ ਹੈ ਕਿਆ ਕਰਨਾ ਹੁੰਦਾ। ਇਹ ਸੁਖਬੀਰ ਨੂੰ ਵਿਚਾਰੇ ਨੂੰ ਕਿਆ ਪਤਾ? ਸੋਨੇ ਦਾ ਚਮਚਾ ਲੈ ਕੇ ਜੰਮੇ ਇਹ ਲੋਕ ਅਤੇ ਸੋਨੇ ਦੇ ਨਾਲ ਹੀ ਖੇਡੇ ਹੈ, ਬਾਹਰਲੇ ਦੇਸ਼ਾਂ ਵਿੱਚ ਪੜ੍ਹੇ ਹੈ, ਅਤੇ ਕਦੇ ਇਹਨਾਂ ਨੇ ਪੇਂਡੂ ਕਲਚਰ ਅੰਦਰ ਵੜ ਕੇ ਦੇਖਿਆ ਹੀ ਨਹੀਂ ਵੀ ਕਿਆ ਹੈ। ਇਹੋ ਜਿਹੇ ਦੂਸਰੇ ਹੈ। ਇਸ ਕਰਕੇ ਇਹ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਹੰਢਾਇਆ ਮੈਂ ਉਹ ਬੋਲਦਾ।
ਬਾਕੀ ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਕਹਿ ਰਿਹਾ ਤਾਂ ਆ ਕੇ ਪ੍ਰੈਕਟੀਕਲ ਕਰਾ ਕੇ ਦੇਖ ਲਓ। ਸੋ ਕੇਜਰੀਵਾਲ ਜੀ ਕਹਿੰਦੇ ਤੁਸੀਂ ਨਕਲ ਕਰਦੇ ਹੋ ਮੇਰੀ, ਤਾਂ ਨਕਲ ਵੀ ਕੀਤੀ ਕਰਦੇ ਹੋ ਉਹਨਾਂ ਦੀ। ਕਿਉਂ ਉਸ ਬੰਦੇ ਦੀ ਗੱਲ ਕਰ ਰਹੇ ਹੋ? ਮੈਨੂੰ ਤਾਂ ਬੜੀ ਤਕਲੀਫ ਹੋਈ ਵੀ ਹੈ। ਉਹਨੇ ਮੈਨੂੰ ਐਸੀ ਗਾਲ ਕੱਢਤੀ ਹੈ ਜਿਹੜੀ ਆਮ ਬੰਦੇ ਮੈਨੂੰ ਕਹਿ ਰਹੇ ਹੈ ਕਿ ਜੀ ਇਹ ਬਹੁਤ ਗਲਤ ਬੋਲ ਗਿਆ, ਉਹ ਧੀਆਂ ਭੈਣਾਂ ਤੱਕ ਚਲੇ ਗਿਆ। ਮੈਨੂੰ ਤੁਸੀਂ ਨਾ ਲਓ ਉਹਦਾ ਨਾਮ। ਥੈਂਕ ਯੂ ਸੋ ਮਚ ਸਾਡਾ ਜੁੜਨ ਲਈ, ਤੇ ਉਮੀਦ ਕਰਦੇ ਹਾਂ ਕਿ ਹੋਰ ਦਿਨਾਂ ਵਿੱਚ ਹੋਰ ਫੈਸਲੇ ਆਉਣਗੇ ਤੇ ਅਸੀਂ ਉਹਨਾਂ ਦੀ ਆਸ ਵੇਟ ਕਰਾਂਗੇ। ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।